कमेंट है जी। सब तो पहला तो ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਹੀ ਤੁਹਾਡਾ ਕਿ ਤੁਸੀਂ ਜਿਹੜਾ ਇਸ ਨੂੰ ਬੜੇ ਛੋਟਾ ਜਿਹਾ ਵਕਤ ਸੀਗਾ, ਵਕਫਾ ਸੀ, ਸੱਦਾ ਦਿੱਤਾ ਜਿਹੜਾ ਅਸੀਂ ਸਿਪਜਲਾ ਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਕੇ 2 ਸ਼ਬਦਾਂ ਦੇ ਵਿੱਚ ਫਿਰ ਆਪਾਂ ਅਗਲੇ ਕਾਰਵਾਈ ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਅੰਮ੍ਰਿਤਾ ਪ੍ਰੀਤਮ ਜੀ ਦੀ 101ਵੀਂ ਮੈਂ ਕਹਾਂਗਾ ਵਰੇਗੰਢ ਜਿਹੜੀ ਚੱਲ ਰਹੀ ਹੈ, ਸੋ ਉਹਨਾਂ ਨੂੰ ਸਮਰਪਿਤ ਪੰਜਾਬੀ ਦਾ ਇੱਕ ਕਵੀ ਦਰਬਾਰ ਕਵਿਤਰੀਆਂ ਦੇ ਵੱਲੋਂ ਜਿਹੜਾ ਪੇਸ਼ ਕੀਤਾ ਜਾ ਰਿਹਾ। ਤੁਸੀਂ ਖੁਦ ਇਸ ਨੂੰ ਕਰ ਰਹੇ ਹੋ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇਜਿੰਦਰ ਸੋਹੀ ਜੀ ਦਾ ਤੇ ਸਾਡੇ ਸਿਪਜਲਾ ਦੇ ਮੈਡਮ ਨਿਰਮਲ ਜਸਵਾਲ ਜੀ ਦਾ ਅਤੇ ਨੀਟਾ ਬਲਵਿੰਦਰ ਜੀ, ਸਾਡੇ ਤਿੰਨਾਂ ਚਾਰਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਖੁਸ਼ ਆਮਦੀਦ, ਤੁਹਾਡਾ ਨਿੱਘਾ ਸਵਾਗਤ, ਜੀ ਆਇਆਂ ਨੂੰ। ਸਿਪਜਲਾ ਕੈਨੇਡੀਅਨ ਇੰਟਰਨੈਸ਼ਨਲ ਪੰਜਾਬੀ ਜਰਨਲਿਜ਼ਮ ਐਂਡ ਲਿਟਰੇਰੀ ਅਕੈਡਮੀ ਹੈ ਜਿਹੜੀ ਕਿ 1976 ਜਾਂ 78 ਦੇ ਵਿੱਚ ਇੱਥੇ ਬਣੀ ਸੀ ਕੈਨੇਡਾ ਦੇ ਵਿੱਚ, ਤੇ ਅਸੀਂ ਇੱਥੇ ਸੰਸਥਾ ਦੇ ਨਾਲ ਪਿਛਲੇ 23-24 ਸਾਲਾਂ ਤੋਂ ਜੁੜੇ ਹੋਏ ਹਾਂ। ਸੋ ਆਪ ਜੀ ਸਾਰੇ ਇਸ ਸੰਸਥਾ ਦੇ ਕੰਮਾਂ ਕਾਰਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਭਲੀ ਭਾਂਤ ਜਾਣੂ ਹੋ ਜਾਓਗੇ ਕਿ ਜਿੱਥੇ ਲਿਟਰੇਰੀ ਦੇ ਕੰਮ ਕਰਦੇ ਹਾਂ ਉੱਥੇ ਨਾਲ ਦੀ ਨਾਲ ਜਰਨਲਿਜ਼ਮ ਦੇ ਖੇਤਰ ਦੇ ਵਿੱਚ ਔਰ ਵੱਖ-ਵੱਖ ਜਿਹੜੇ ਹੋਰ ਵਿਧਾਵਾਂ ਨੇ ਕਲਾ ਦੀਆਂ ਉਹਨਾਂ ਦੇ ਨਾਲ ਅਸੀਂ ਸੰਬੰਧਿਤ ਕੁਝ ਪ੍ਰੋਗਰਾਮ ਕਰਦੇ ਹਾਂ। ਬੁੱਕਸ ਜਿਹੜੀਆਂ ਰਿਲੀਜ਼ਸ ਦੀ ਗੱਲ ਕਰ ਲਓ ਜਾਂ ਤੁਸੀਂ ਕਵੀ ਦਰਬਾਰ ਜਾਂ ਕੋਈ ਇਵੈਂਟਸ ਜਿਹੜੇ ਨੇ ਉਹ ਆਰਗੇਨਾਈਜ਼ ਕਰਨ ਦੀ, ਸੋ ਸੈਂਕੜੇ ਇਵੈਂਟਸ ਪਿਛਲੇ ਸਾਲਾਂ ਦੌਰਾਨ ਹੋ ਚੁੱਕੇ ਨੇ। ਸੋ ਭਾਵੇਂ ਕਿ ਉਹਨਾਂ ਇਵੈਂਟਸ ਦੇ ਵਿੱਚ ਤੁਹਾਨੂੰ ਔਰ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤਾਂ ਕੀਤੀਆਂ ਹੋਣਗੀਆਂ, ਪਰ ਇਹ ਮੌਕਾ ਜਿਹੜਾ ਸਾਨੂੰ ਪ੍ਰਦਾਨ ਕੀਤਾ ਜੀ ਉਹ ਪ੍ਰਦਾਨ ਕੀਤਾ ਹੈ ਕਰੋਨਾ ਨੇ। ਸੋ ਕਰੋਨਾ ਦੀ ਦਾ ਇੱਕ ਜਿਹੜਾ ਚੰਗਾ ਪਾਕੀ ਟੈਕਨੋਲੋਜੀ ਦੀ ਵਰਤੋਂ ਕਰਦੇ ਹਾਂ ਅਸੀਂ ਅੱਜ ਸਾਰੇ, ਜਿਹੜਾ ਸਾਰਾ ਵਰਲਡ ਆ ਉਹ ਨਜ਼ਦੀਕ ਨੇੜੇ ਹੋਰ ਨੇੜੇ ਆ ਗਿਆ ਹੈ। ਸੋ ਆਪ ਜੀ ਨੇ, ਆਪ ਸਭ ਕਵਿਤਰੀਆਂ ਨੇ, ਤੁਸੀਂ ਆਪਣੇ ਆਪਣੀ ਖੁਦ ਹਸਤਾਖਰ ਹੋ ਆਪਣੇ ਆਪਣੇ ਖੇਤਰ ਦੇ, ਤੁਹਾਡਾ ਜਿਹੜਾ ਨਾਮਣਾ ਹੈ, ਤੁਸੀਂ ਨਾਮਣਾ ਖੱਟਿਆ ਨਾਮ ਹੈ। ਸੋ ਮੈਂ ਦੇਖ ਰਿਹਾ ਸੀ, ਹੈਰਾਨ ਹੋ ਰਿਹਾ ਸੀ ਕਿ ਮੈਂ ਤੇ ਸੋਚਦਾ ਸੀ ਕਿ ਮੈਂ 100 ਕਿਤਾਬਾਂ ਪੜ੍ਹ ਲਈਆਂ ਪੰਜਾਬੀ ਦੀਆਂ, ਤੁਸੀਂ ਤੇ ਸਾਰਿਆਂ ਨੇ ਜੇ ਕੁੱਲ ਮਿਲਾ ਕੇ ਮੈਂ ਗਿਣਤੀ ਕਰਾਂ ਤੇ 400-500 ਕਿਤਾਬਾਂ ਲਿਖੀ ਬੈਠੇ ਹੋ ਤੇ ਮੈਂ ਹਜੇ ਕੁਛ ਨਹੀਂ ਪੜ੍ਹਿਆ। ਸੋ ਮੈਂ ਸਾਰਿਆਂ ਤੋਂ ਇਸ ਜਿਹੜੀ ਗਤੀਵਿਧੀ ਅੱਜ ਦੀ ਇਹਦੇ ਚ ਮੈਂ, ਮੇਰੇ ਖਿਆਲ ਚ ਮੈਨੂੰ ਲੱਗਦਾ ਕਿ ਮੈਂ ਪਿੱਛੇ ਰਵਾਂ, ਮੈਂ ਟੈਕਨੀਕਲੀ ਬੰਦਾ ਹੈ ਜੀ, ਸੋ ਟੈਕਨੀਕਲ ਰਵਾਂਗਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਉਣ ਦੇ ਲਈ। ਸੋ ਮੈਂ ਹੁਣ ਜਿਹੜਾ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹੁਣ ਮੰਚ ਦਿਆਂਗਾ ਜੀ ਤੇਜਿੰਦਰ ਕੌਰ ਸੋਹੀ ਨੂੰ, ਜਿਹੜੇ ਕਿ ਅੱਜ ਦੀ ਇਸ ਕਾਰਵਾਈ ਦਾ ਸੰਚਾਲਨ ਕਰਨਗੇ ਤੇ ਉਸ ਤੋਂ ਬਾਅਦ ਜਿਉਂ-ਜਿਉਂ ਉਹ ਜੀ ਦਾ ਵੀ ਨਾਂ ਲੈਣਗੇ ਕਿਰਪਾ ਕਰਕੇ ਉਹੀ ਬੋਲੇਗਾ। ਬਾਕੀ ਜੇਕਰ ਪਿੱਛੋਂ ਕੋਈ ਭਾਂਡਿਆਂ ਟੀਂਡਿਆਂ ਦੇ ਖੜਕਣ ਦੀ ਆਵਾਜ਼ ਆਉਂਦੀ ਤਾਂ ਕਿਰਪਾ ਕਰਕੇ ਨਿਊ ਨਾਰਮਲ ਹੈ, ਇਹਨੂੰ ਬਰਦਾਸ਼ਤ ਕਰਨਾ ਪਏਗਾ। ਸੋ ਕੋਸ਼ਿਸ਼ ਇਹ ਰੱਖਾਂਗੇ ਕਿ ਆਵਾਜ਼ ਸਿਰਫ ਜਿਹੜਾ ਬੋਲ ਰਿਹਾ ਉਸੇ ਦੀ ਆਵੇ, ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਸੋ ਲੈਟਸ ਸਟਾਰਟ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਪੰਜਾਬੀ ਕਵੀ ਦਰਬਾਰ। ਮੇਜਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਇੱਕ ਵਾਰੀ ਦੁਬਾਰੇ ਤੋਂ। ਹਾਂਜੀ, ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਇਸ ਅੰਤਰਰਾਸ਼ਟਰੀ ਕਵੀ ਦਰਬਾਰ ਦੇ ਵਿੱਚ ਜੋ ਆਨਲਾਈਨ ਹੋਣ ਜਾ ਰਿਹਾ ਹੈ ਉਹਦੇ ਵਿੱਚ ਸਵਾਗਤ ਕਰਦੀ ਹਾਂ। ਇਹ ਕਵੀ ਦਰਬਾਰ ਅਸੀਂ ਅੰਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ ਕਰ ਰਹੇ ਹਾਂ। ਤੁਹਾਡਾ ਸਭ ਦਾ ਬਹੁਤਾ ਵਕਤ ਨਾ ਲੈਂਦੇ ਹੋਏ ਆਪਾਂ ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸੁਲਤਾਨਾ ਬੇਗਮ ਜੀ ਪਟਿਆਲਾ ਤੋਂ ਨੇ, ਉਹਨਾਂ ਨੂੰ ਸੱਦਾ ਦੇਣਾ ਚਾਹਾਂਗੀ। ਮੈਡਮ ਡਿਪਟੀ ਡਾਇਰੈਕਟਰ ਰਹਿ ਚੁੱਕੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ, ਅਤੇ ਗਜ਼ਲ ਸੰਗ੍ਰਹਿ ਰਸਵਾਈਆਂ ਇਹਨਾਂ ਦਾ ਪੰਜਾਬੀ ਅਤੇ ਉਰਦੂ ਦੋਨੇ ਜ਼ੁਬਾਨਾਂ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ। ਇਸ ਤੋਂ ਬਿਨਾਂ ਵੀ ਮੈਡਮ ਨੇ ਬਹਾਰਾਂ, ਗੁਲਜ਼ਾਰਾਂ, ਹੈਰਤ ਕਦਾ ਔਰ ਇੱਕ ਆਪਣੀ ਸਵੈ ਜੀਵਨੀ ਮੇਰੀ ਕਤਰਾ ਕਤਰਾ ਜ਼ਿੰਦਗੀ ਇਹ ਵੀ ਛਪ ਚੁੱਕੀ ਹੈ। ਬਹੁਤ ਨਾ ਮੈਂ ਕਹਿੰਦੀ ਹੋਈ ਹੁਣ ਮੈਡਮ ਸੁਲਤਾਨਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਮੈਡਮ ਸੁਲਤਾਨਾ ਜੀ। शुक्रिया जीओ, पेशे खिदमत है। औरत दी जात पुछदे ने, औरत दी जात पुछदे ने, कहे सवालात पुछदे ने। औरत दी जात पुछदे ने, कहे सवालात पुछदे ने। किवें सलमा तो बनी सीता, ना कदे हालात पुछदे ने, ना कदे हालात पुछदे ने। वक्त दे सास ते, वक्त दे सास ते मजबूरियां दा राग अलाप दे रहे। वक्त दे सास ते मजबूरियां दा राग अलाप दे रहे। कोहां दा सी फासला गिट्ठां नाल मापदे रहे। असी पैरीं तर अंगियार तुरे,
ਅਸੀਂ ਪੈਰੀ ਪਰ ਅੰਗਿਆਰ ਤੁਰੇ, ਅਸੀਂ ਆਪਣਾ ਆਪਾ ਵਾਰ ਤੁਰੇ, ਕੀ ਦਸੀਏ ਕਿੰਜ ਗੁਜ਼ਾਰ ਤੁਰੇ, ਕਿੰਨਾ ਪੈਂਡਾ ਸਿਰ ਦੇ ਭਾਰ ਤੁਰੇ। ਐਵੇਂ ਕੀਤੀ ਤੂੰ ਵਾੜ ਜੋਗੀਆ, ਐਵੇਂ ਕੀਤੀ ਤੂੰ ਵਾੜ ਜੋਗੀਆ, ਬੰਜਰ ਜ਼ਮੀਨ ਦਿਲ ਦੀ ਕਿਸ ਕੱਢਣੇ ਸਿਆੜ ਜੋਗੀਆ। ਕਈਆਂ ਵਗਨ ਹਵਾਵਾਂ ਜੋਗੀਆ, ਕਈਆਂ ਵਗਨ ਹਵਾਵਾਂ ਜੋਗੀਆ, ਸਾਕਾਂ ਦੇ ਨੇ ਮੁੱਲ ਮੰਗਦੀਆਂ, ਮਾਂ ਜਾਈਆਂ ਇਹ ਬਾਹਾਂ ਜੋਗੀਆ। ਜਿਹੜੇ ਜਾਂਦੇ ਨੇ ਜਾਣ ਜੋਗੀਆ, ਜਿਹੜੇ ਜਾਂਦੇ ਨੇ ਜਾਣ ਜੋਗੀਆ, ਜਿਹੜੇ ਜਾਣ ਅੱਜ ਰੁੱਸ ਕੇ ਕਦੋਂ ਉਮਰਾਂ ਲੰਘਾਉਣ ਜੋਗੀਆ। ਇਸ਼ਕ ਕਿਹਾ ਮਜ਼ਮੂਨ ਜੋਗੀਆ, ਇਸ਼ਕ ਕਿਹਾ ਮਜ਼ਮੂਨ ਜੋਗੀਆ, ਨਾ ਜਿਉਂਦੇ ਚੈਨ ਮਿਲਦਾ ਨਾ ਕਬਰੀ ਸਕੂਨ ਜੋਗੀਆ। ਗੱਲ ਇੱਥੇ ਆ ਮੁੱਕੀ ਜੋਗੀਆ, ਗੱਲ ਇੱਥੇ ਆ ਮੁੱਕੀ ਜੋਗੀਆ, ਕਦੇ ਚੁੱਪ ਸੀ ਜ਼ੁਬਾਨ ਚੰਦਰੀ, ਕਦੇ ਅੱਖ ਰਹੀ ਚੁੱਕੀ ਜੋਗੀਆ। ਚੁੱਪ ਰਹਿ ਐ ਸੁਲਤਾਨ, ਚੁੱਪ ਰਹਿ ਐ ਸੁਲਤਾਨ, ਇਹ ਵਕਤ ਦਾ ਤਕਾਜ਼ਾ ਏ, ਕਿਸ ਕਿਸ ਨੂੰ ਰੋਏਗਾ ਪਹਿਲਾ ਜ਼ਖਮੀ ਹਾਲੇ ਤਾਜ਼ਾ ਏ। ਬੰਦਾ ਨਹੀਂ ਬੋਲਦਾ, ਬੰਦਾ ਨਹੀਂ ਬੋਲਦਾ, ਉਹਦਾ ਕਿਰਦਾਰ ਬੋਲਦਾ ਹੈ। ਵਿਕੀਆਂ ਜ਼ਮੀਰਾਂ ਦਾ ਮੁੱਲ ਸਰੇ ਬਾਜ਼ਾਰ ਬੋਲਦਾ ਹੈ। ਵਿਕਣ ਨੂੰ ਤਾਂ ਤਿਆਰ ਨੇ ਹਰ ਕੀਮਤ ਤੇ ਲੋਕ, ਪਰ ਮੁੱਲ ਉਹੀ ਮਿਲਦਾ ਹੈ ਜੋ ਖਰੀਦਾਰ ਬੋਲਦਾ ਹੈ। ਦੁੱਖ ਤਾਂ ਸੁਲਤਾਨ ਦੋਵਾਂ ਦਾ ਇੱਕੋ ਜਿਹਾ ਸੀ, ਦੁੱਖ ਤਾਂ ਸੁਲਤਾਨ ਦੋਵਾਂ ਦਾ ਇੱਕੋ ਜਿਹਾ ਸੀ। ਕੋਈ ਇਸ ਪਾਰ ਬੋਲਦਾ ਹੈ, ਕੋਈ ਉਸ ਪਾਰ ਬੋਲਦਾ ਹੈ, ਕੋਈ ਇਸ ਪਾਰ ਬੋਲਦਾ ਹੈ, ਕੋਈ ਇਸ ਪਾਰ ਬੋਲਦਾ ਹੈ। ਆਦਮ। ਧੰਨਵਾਦ। शुक्रिया जी, बहुत बहुत शुक्रिया। शुक्रिया मैडम, बहुत शुक्रिया। आवाज आ रही है जी? हाँ जी, हाँ जी, आ रही है जी। ओके ओके, बहुत बहुत शुक्रिया सुल्ताना मैडम जी। ਤੇ ਇਸ ਤੋਂ ਬਾਅਦ ਮੈਂ ਬੁਲਾਉਣਾ ਚਾਹਾਂਗੀ ਅਮੀਆ ਕੁੰਵਰ ਜੀ, ਦਿੱਲੀ ਤੋਂ ਨੇ, ਮੇਰੇ ਦਿਲ ਦੇ ਬਹੁਤ ਕਰੀਬ ਨੇ, ਬਹੁਤ ਹੀ ਪਿਆਰੀ ਸ਼ਖਸੀਅਤ। ਤੇ ਸਾਨੂੰ ਅੱਜ ਕਿਉਂਕਿ ਅਸੀਂ ਇਸ ਕਵੀ ਦਰਬਾਰ ਨੂੰ ਅੰਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ ਕਰ ਰਹੇ ਹਾਂ, ਤਾਂ ਇਹ ਮਾਣ ਦੀ ਗੱਲ ਹੈ ਕਿ ਉਹਨਾਂ ਨੂੰ ਅਦਬੀ ਧੀ ਵਜੋਂ ਜਾਣਿਆ ਜਾਂਦਾ ਅੰਮ੍ਰਿਤਾ ਪ੍ਰੀਤਮ ਜੀ ਦੀ। ਅਤੇ ਅਮੀਆ ਕੁੰਵਰ ਜੀ ਨੂੰ ਇਹ ਨਾਮ ਵੀ ਅੰਮ੍ਰਿਤਾ ਜੀ ਨੇ ਹੀ ਦਿੱਤਾ ਸੀ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਹੀ ਪਿਆਰੀ ਤੇ ਨਿੱਘੀ ਸ਼ਖਸੀਅਤ। ਆਲੋਚਨਾ ਦੇ ਖੇਤਰ ਦੇ ਵਿੱਚ, ਰਚਨਾ ਦੇ ਖੇਤਰ ਦੇ ਵਿੱਚ, ਅਨੁਵਾਦ ਦੇ ਵਿੱਚ ਮੈਡਮ ਦਾ ਬਹੁਤ ਕੰਮ ਹੈ। ਈਵਨ ਅੰਮ੍ਰਿਤਾ ਪ੍ਰੀਤਮ ਜੀ ਦੀਆਂ 40 ਤੋਂ ਵੱਧ ਕਿਤਾਬਾਂ ਇਹਨਾਂ ਨੇ ਅਨੁਵਾਦਿਤ ਕੀਤੀਆਂ ਨੇ। ਤੇ ਮੈਂ ਕੀ ਦੱਸਾਂ, ਹੁਣ ਮੈਂ ਚਾਹੁੰਦੀ ਹਾਂ ਕਿ ਬਹੁਤ ਪਿਆਰ ਹੈ ਤੁਹਾਡੇ ਨਾਲ। ਸ਼ੁਕਰੀਆ। ਹਾਂਜੀ, ਤੁਸੀਂ ਆਪਣੀ ਇੱਕ ਪਿਆਰੀ ਜੀ ਨਜ਼ਮ ਕਵਿਤਾ ਲੈ ਕੇ ਸਾਡੇ ਹਾਂਜੀ ਪੇਸ਼ ਹੋ। ਥੈਂਕ ਯੂ ਸੋ ਮਚ। ਹਾਂਜੀ ਅਮੀਆ ਜੀ। ਸ਼ੁਕਰੀਆ। अपनी नज़म दोनों ही अपनी है। पहली छोटी जी सिर्फ 4 सतरी, क्योंकि तुसी अमृता प्रीतम ਨੂੰ ਸਮਰਪਿਤ ਕੀਤਾ ਹੈ ਤੇ ਇੱਕ ਉਹਨਾਂ ਨੂੰ ਯਾਦ ਕਰਦੀਆਂ ਛੋਟੀ ਜੀ ਹੈਗੀ ਕਿ ਅਮਰਤਾ ਜੀ ਨੇ ਇੱਕ ਬੂਟਾ ਦਿੱਤਾ ਸੀ ਜਿਹਦਾ ਮੈਨੂੰ ਹਲੇ ਤੱਕ ਨਾਂ ਨਹੀਂ ਪਤਾ। ਫੁੱਲ ਖਿੜਦੇ ਨੇ ਤੇ ਲੱਗਦਾ ਹੈ ਅਮਰਤਾ ਖਿੜ ਰਹੀ ਹੈ, ਤੇ ਅੱਜ ਤੇ ਲੱਗਦਾ ਹੈ ਸੱਚਮੁੱਚ ਅਮਰਤਾ ਪੂਰੀ ਤਰ੍ਹਾਂ ਖਿੜੀ ਹੈ। ਅੱਜ ਫੇਰ ਅਮਰਤਾ ਖਿੜੀ ਹੈ, ਅੱਜ ਫੇਰ ਅਮਰਤਾ ਖਿੜੀ ਹੈ ਮੇਰੇ ਘਰ ਦੇ ਬਾਰ-ਬਾਰ, ਹਮੇਲੀਆ ਚਮੇਲੀ ਦੇ ਫੁੱਲਾਂ ਵਿਚਕਾਰ, ਕਾਸ਼ਨੀ ਫੁੱਲਾਂ ਤੇ ਆਇਆ ਜੋ ਬਨਵੰਤਾ ਖੁਮਾਰ। ਨਹੀਂ ਜਾਣਾ ਕਿਤੇ ਨਹੀਂ ਉਸ ਤਜ ਕੇ ਸੰਸਾਰ, ਨਹੀਂ ਜਾਣਾ ਕਿਤੇ ਨਹੀਂ ਉਸ ਤਜ ਕੇ ਸੰਸਾਰ। ਉਹ ਜੋ ਖੁਸ਼ਬੂ ਬਣ ਕੇ ਉੱਡ ਗਈ ਹੈ, ਫੁੱਲ ਬਣ ਕੇ ਪਰਤ ਆਏਗੀ ਫਿਰ ਇੱਕ ਵਾਰ। ਦੂਜੀ ਨਜ਼ਮ ਹੈ 14 ਮਈ, ਜਨਮ ਦਿਨ ਨੂੰ ਸਮਰਪਿਤ ਹੈ। ਜੇ ਚਾਹਵੇਂ ਤਾਂ ਕਹਿ ਸਕਣਾ ਹੈ ਮੈਨੂੰ, ਅੱਜ ਦਾ ਦਿਨ ਮੁਬਾਰਕ ਹੋਵੇ ਤੈਨੂੰ। ਜੇ ਚਾਹਵੇਂ ਤਾਂ ਕਹਿ ਸਕਣਾ ਹੈ ਮੈਨੂੰ, ਅੱਜ ਦਾ ਦਿਨ ਮੁਬਾਰਕ ਹੋਵੇ ਤੈਨੂੰ। ਬਸ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ, ਬਸ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ। ਅਜੇ ਹੁਣੇ ਹੀ ਤਾਂ ਮਸਤਕ ਨੂੰ ਨਵੇਂ ਖੰਭ ਮਿਲੇ ਹਨ, ਅਜੇ ਹੁਣੇ ਹੀ ਤਾਂ ਮਸਤਕ ਨੂੰ ਨਵੇਂ ਖੰਭ ਮਿਲੇ ਹਨ। ਅਜੇ ਹੁਣੇ ਹੀ ਤਾਂ ਮੋਕਲਾ ਅੰਬਰ ਨਜ਼ਰ ਆਇਆ ਹੈ, ਹੁਣੇ ਹੀ ਤਾਂ ਉਡਾਨ ਭਰਨ ਨੂੰ ਮਨ ਚ ਆਇਆ ਹੈ। ਹੁਣ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ, ਵਰੀ ਦਰ ਵਰੀ ਦੇ ਕੋਹ ਤੈਅ ਕੀਤੇ,
ਵਰੇ ਦਰ ਵਰੇ ਦੇ ਕੋ ਤੈ ਕੀਤੇ, ਮੰਨਿਆ ਕਿ ਉਮਰਾਂ 'ਚ ਇਜ਼ਾਫੇ ਹੋਏ, ਪਰ ਤਜਰਬਿਆਂ ਦੇ ਮਹਾਨ ਕੋਸ਼ ਨੇ ਅਜੇ ਹੁਣੇ ਹੀ ਜ਼ਿੰਦਗੀ ਦਾ ਅਰਥ ਸਮਝਾਇਆ ਹੈ। ਹੁਣ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ, ਹੁਣੇ ਹੁਣੇ ਤਾਂ ਕਾਮਨਾਵਾਂ ਦਾ ਅਧਿਆਇ ਖੁੱਲਿਆ ਹੈ, ਹੁਣੇ ਹੀ ਸੰਬੰਧਾਂ ਦੀ ਵਿਆਕਰਣ ਸਮਝ ਆਈ ਹੈ। ਜੂਨ ਦਾ ਟੱਬ ਤਾਂ ਬਸ ਹੁਣੇ ਹੀ ਆਇਆ ਹੈ, ਜੂਨ ਦਾ ਟੱਬ ਤਾਂ ਬਸ ਹੁਣੇ ਹੀ ਆਇਆ ਹੈ। ਨਾ ਵੇਖ ਸੋਹਣਿਆ ਪੁੜਪੜੀਆਂ ਤੋਂ ਆਏ ਚੰਦ ਤੋਲਿਆਂ ਵੱਲ, ਨਾ ਵੇਖ ਸੋਹਣਿਆ ਪੁੜਪੜੀਆਂ ਤੇ ਆਏ ਚੰਦ ਤੋਲਿਆਂ ਵੱਲ। ਇਹ ਤਾਂ ਹੈ ਉਮਰ ਦੀ ਮਸਤੀ, ਇਹ ਤਾਂ ਹੈ ਉਮਰ ਦੀ ਮਸਤੀ, ਜਾਂ ਆਈਨੇ ਨਾਲ ਖਿਲਵਾੜ ਏ, ਜਾਂ ਹੋਈ ਏ ਵੇਲਿਆਂ ਦੀ ਕੋਈ ਸਹਿਲ ਸਾਜ਼ਿਸ਼। ਇੱਛਾਵਾਂ ਦੇ ਸਮੁੰਦਰ ਵਿੱਚ ਉਛਾਲ ਤਾਂ ਹੁਣੇ ਹੀ ਆਇਆ ਹੈ। ਹੁਣ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ, ਹੱਥਾਂ ਤੇ ਨਸਾਂ ਉਭਰੀਆਂ, ਜਾਂ ਮੱਥੇ ਵੱਟ ਚੜਾਏ, ਬੁੱਲਾਂ ਤੋਂ ਮੁਸਕਾਨ ਗੁਆਚੀ, ਜਾਂ ਅੱਖੀ ਖਾਰੇ ਹੜ ਪਰ ਆਏ, ਪਰ ਵਕਤ ਦੇ ਚਿੱਕੜ ਵਿੱਚ ਮੁਹੱਬਤ ਦਾ ਕਮਲ ਵੀ ਖਿੜਾਇਆ ਏ। ਹੁਣ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ। ਜੰਗਾਲੇ ਸੰਦੂਕ ਅੰਦਰ ਬੰਦ ਸਨ ਜਿਹੜੇ ਸਾਹ ਕਲ ਤੀਕ, ਕਿਸੇ ਨੇ ਖੋਲਿਆ ਸੰਦੂਕ ਦਾ ਪੱਲਾ, ਅੱਖੀਆਂ 'ਚ ਭਰ ਲਿਆ ਪੂਰਾ ਅਸਮਾਨ। ਖੁਦ ਬਖੁਦ ਹੱਲ ਹੁੰਦੇ ਗਏ ਉਮਰ ਦੇ ਸਮੀਕਰਨ, ਅਜੇ ਤਾਂ ਜੂਨ ਨੂੰ ਰਹਿੰਦਾ ਹੈ ਬਹੁਤ ਕੁਝ, ਅਜੇ ਤਾਂ ਰਹਿੰਦਾ ਕਰਨ ਨੂੰ ਕਿੰਨਾ ਕੁਝ। ਕਿੱਥੇ ਹੋਣ ਦੇਵੇਗੀ ਬੁੱਢਿਆਂ, ਬੱਚਿਆਂ ਦੀ ਚੰਚਲਤਾ, ਜਵਾਨਾਂ ਜਿਹਾ ਉਤਸ਼ਾਹ, ਭਰਪੂਰ ਜੂਨ ਦਾ ਹੁਲਾਸ। ਅਜੇ ਕਈ ਦਿਨ ਆਉਣੇ ਨੇ ਜ਼ਿੰਦਗੀ 'ਚ। ਹੁਣ ਇਹ ਨਾ ਪੁੱਛੀ ਕਿੰਨੇ ਵਰਿਆਂ ਦੀ ਹੋਈਆਂ ਮੈਂ। ਫਿਰ ਤੋਂ ਮਲਕੜੇ ਜੇ ਆ ਕੇ ਹੁੱਲੀ ਜੇ ਕੰਨਾਂ 'ਚ ਮੇਰੇ ਫੁਸਫੁਸਾਈ, ਅੱਜ ਦਾ ਦਿਨ ਮੁਬਾਰਕ ਹੋਵੇ ਤੈਨੂੰ, ਜਨਮ ਦਿਨ ਮੁਬਾਰਕ ਹੋਵੇ ਤੈਨੂੰ, ਉਮਰ ਦਾ ਹਰ ਦਿਨ ਮੁਬਾਰਕ ਹੋਵੇ ਤੈਨੂੰ, ਜਿਉਣ ਦਾ ਨਵਾਂ ਅੰਦਾਜ਼ ਮੁਬਾਰਕ ਹੋਵੇ ਤੈਨੂੰ, ਹਰ ਪਲ, ਹਰ ਸਾਹ, ਹਰ ਸੋਚ, ਹਰ ਰੋਜ਼ ਮੁਬਾਰਕ ਹੋਵੇ ਤੈਨੂੰ। शुक्रिया। बहुत बहुत शुक्रिया अमिया जी, मुबारक, बहुत मुबारक, बहुत खुशी हुई तुहानू मिल के। तुहाडे नाल बने रहो। ते इस तो बाद हुण मैं सद्दा देना चाहांगी रमनदीप विर्क जी नू पटियाला तो। रमनदीप विर्क जी सुन रहे हो? आईफोन ते ने जी सर हो। हेलो। हाँ जी मैं देख रहे हैं आईफोन। हेलो। हाँ जी रमन ਤੁਸੀਂ ਸੁਣ ਰਹੇ ਹੋ? हाँ जी ਤੁਹਾਨੂੰ ਆ ਰਹੀ ਹੈ? ਹਾਂਜੀ। ਇਸ ਤੋਂ ਬਾਅਦ ਸਾਡੀ ਸ਼ਾਇਰਾ ਪਟਿਆਲੇ ਤੋਂ ਰਮਨਦੀਪ ਵਿਰਕ, ਬਹੁਤ ਹੀ ਨਿੱਘੀ ਸ਼ਖਸੀਅਤ, ਆਪਣੀ ਹਾਜ਼ਰੀ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ 2 ਕਿਤਾਬਾਂ ਸਿਰਜਣਾ ਕਦੇ ਫੇਰ ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਖਤ ਦੀ ਆਖਰੀ ਸਤਰ ਲੈ ਕੇ ਲਗਵਾ ਚੁੱਕੇ ਨੇ ਤੇ ਹੁਣ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੀ ਨਜ਼ਮ, ਆਪਣੀ ਕਵਿਤਾ ਲੈ ਕੇ ਪੇਸ਼ ਹੋਣ। ਰਮਨਦੀਪ ਵਿਰਕ ਪਟਿਆਲਾ ਤੋਂ। ਬਹੁਤ ਸ਼ੁਕਰੀਆ ਤੇਜਿੰਦਰ। ਥੈਂਕ ਯੂ। ਕਵਿਤਾ ਦਾ ਨਾਮ ਹੈ, ਮੇਰੀਆਂ ਨਿੱਕੀਆਂ ਨੇ, ਮੈਂ 2 ਕਵਿਤਾ ਸੁਣਾ ਦਿਆਂ ਮੇਰਾ ਖਿਆਲ। ਹਾਂਜੀ। ਕਵਿਤਾ ਹੈ ਲਰਜ਼ ਦਾ ਖਿਆਲ। ਤੇਰੀ ਖਵਾਹਿਸ਼ ਵਾਲਾ ਉਹ ਲਮਹਾ, ਕਿਸੇ ਚਿਰੋਕਣੇ ਸਾਂਭੇ ਪਏ ਖਤ ਵਾਂਗ ਖੋਲਿਆ, ਬਹੁਤ ਸਾਰੀਆਂ ਤਹਿਾਂ 'ਚ ਲਿਪਟਿਆ, ਅੱਖਰ ਉਸਦਾ ਮੈਂ ਦੇਰ ਤੱਕ ਪੜ੍ਹਦੀ ਰਹੀ। ਉਸ ਵਿਚਲਾ ਜ਼ਿਕਰ ਹੁਣ ਵੀ ਮੇਰੇ ਕੋਲ ਲਰਜ਼ ਰਿਹਾ, ਖਵਾਹਿਸ਼ ਵਾਲੇ ਉਸ ਲਮਹੇ ਦਾ ਮੈਂ ਹੁਣ ਕੀ ਕਰਾਂ। ਦੂਸਰੀ ਨਜ਼ਮ ਹੈ ਜ਼ਿੰਦਗੀ ਦੀ ਨਜ਼ਮ। ਮੈਂ ਤੈਨੂੰ ਇਉਂ ਨਹੀਂ ਮਿਲਣਾ ਸੀ ਜਿਵੇਂ ਤੂੰ ਚਾਹਿਆ, ਤੇ ਇੱਕ ਸੱਚ ਇਹ ਵੀ ਜਿੰਨਾ ਤੂੰ ਚਾਹਿਆ, ਬਸ ਓਨਾ ਹੀ ਜੀਵਿਆ ਹੈ ਜ਼ਿੰਦਗੀ ਨੂੰ। ਉਸ ਤੋਂ ਆਰ ਜਾਂ ਪਾਰ ਜੇ ਕੁਝ ਬਾਕੀ ਹੈ ਤਾਂ ਉਸੇ ਨੂੰ ਨਜ਼ਮ ਆਖਦੇ ਨੇ ਸ਼ਾਇਦ, ਜ਼ਿੰਦਗੀ ਦੀ ਨਜ਼ਮ। ਲਾਸਟ ਹੈਗੀ ਆ, ਕਦੇ ਕਵਿਤਾ ਲੱਭਣ ਜਾਓ ਤਾਂ ਅੱਖਰਾਂ ਵਿੱਚੋਂ ਨਾ ਲੱਭਣਾ, ਉੱਥੇ ਕਵਿਤਾ ਕਦੇ ਨਹੀਂ ਮਿਲੇਗੀ।
ਹੋ ਸਕੇ ਤਾਂ ਕਿਸੇ ਦੀ ਸਿਸਕੀ ਸੁਣ ਲੈਣਾ ਜਾਂ ਮੁਸਕਰਾਉਣ ਲਾ ਦੇਣਾ ਕਿਸੇ ਡੂੰਘੀ ਉਦਾਸੀ ਨੂੰ, ਭਰ ਲੈਣਾ ਕਵੇ ਮੋਹ ਨੂੰ ਤਰਸਦੇ ਕਿਸੇ ਨਿੱਕੇ ਬਾਲ ਨੂੰ, ਪੈਰੀਂ ਜਾ ਬਹਿਣਾ ਕਿਸੇ ਬੇਵਸ ਬਜ਼ੁਰਗ ਦੇ, ਹੋਲੇ ਜਿਹੇ ਹੱਥ ਧਰ ਦੇਣਾ ਸਿਰ ਤੇ ਕਿਸੇ ਪਿਓ ਬਾਰੀ ਧੀ ਦੇ। ਕਵਿਤਾ ਇੱਥੇ ਹੀ ਮਿਲੇਗੀ, ਜਿਉਂਦੀ ਜਾਗਦੀ ਜਾਂ ਤੜਫ ਤੜਫ ਕੇ ਮਰਦੀ ਹੋਈ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਰਮਨ, ਬਹੁਤ ਖੂਬਸੂਰਤ ਕਵਿਤਾ। ਵਾਕਿਆ ਹੀ ਉੱਥੇ ਹੀ ਮਿਲੇਗੀ ਕਵਿਤਾ, ਇੱਥੇ ਮਿਲੇਗੀ ਕਵਿਤਾ, ਤੁਹਾਡੇ ਕੋਲ ਮਿਲੇਗੀ। ਇਸ ਦੇ ਨਾਲ ਹੀ ਹੁਣ ਮੈਂ ਨੈਕਸਟ ਬੁਲਾਉਣਾ ਚਾਹਾਂਗੀ ਰੂਹੀ ਸਿੰਘ ਨੂੰ। ਰੂਹੀ ਸਿੰਘ ਸਾਡੀ ਬੜੀ ਪਿਆਰੀ ਬੱਚੀ ਹੈ, ਅਜੇ BA ਕਰ ਰਹੀ ਹੈ, ਪਰ ਉਸਨੇ 2 ਬਾਲ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਨੇ, ਗੁਲਦੌਦੀਆਂ ਅਤੇ ਸੁਨਹਿਰੀ ਸਵੇਰ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਕਲਮ ਹੋਰ ਖੂਬਸੂਰਤ ਚੀਜ਼ਾਂ ਨੂੰ ਜਨਮ ਦੇਵੇਗੀ। ਰੂਹੀ ਸਿੰਘ ਜੀ ਬਹੁਤ ਸ਼ੁਕਰੀਆ ਮੈਮ। ਤੇ ਮੈਂ ਇੱਕ ਛੋਟੀ ਜਿਹੀ ਨਜ਼ਮ ਨਾਲ ਸ਼ੁਰੂਆਤ ਕਰ ਰਹੀ ਹਾਂ ਤੇ ਨਜ਼ਮ ਦਾ ਸਿਰਲੇਖ ਹੈ ਜੀ ਖਲਾ। ਦਿਲ ਦਿਮਾਗ ਭਰਿਆ ਪਿਆ ਗੱਲਾਂ ਨਾਲ, ਦਿਲ ਦਿਮਾਗ ਭਰਿਆ ਪਿਆ ਗੱਲਾਂ ਨਾਲ, ਪਰ ਕੰਨ ਸੁਣਨ ਤੋਂ ਇਨਕਾਰੀ ਹੋ ਗਏ। ਗਲ ਤੱਕ ਆ ਗਏ ਨੇ ਸ਼ਬਦ, ਪਰ ਜ਼ੁਬਾਨ ਖੁੱਲਣ ਦਾ ਨਾਂ ਨਹੀਂ ਲੈ ਰਹੀ। ਕਵਿਤਾ ਜੋ ਤੈਨੂੰ ਸੁਣਾਉਣੀ ਸੀ ਕਿਤੇ ਗੁੰਮ ਗਈ। ਤੇ ਇੱਕ ਗਜ਼ਲ ਪੇਸ਼ ਹੈ ਜੀ ਜਿਸ ਦਾ ਸਿਰਲੇਖ ਹੈ ਬਾਕੀ ਹੈ। ਕਿ ਮੁੜ ਧਰਤੀ ਹਰੀ ਹੋਣੀ ਅਜੇ ਇੱਕ ਆਸ ਬਾਕੀ ਹੈ, ਕਿ ਮੁੜ ਧਰਤੀ ਹਰੀ ਹੋਣੀ ਅਜੇ ਇੱਕ ਆਸ ਬਾਕੀ ਹੈ। ਜੇ ਤੇਰੇ ਕੋਲ ਪਾਣੀ ਹੈ ਮੇਰੀ ਵੀ ਪਿਆਸ ਬਾਕੀ ਹੈ। ਮੈਨੂੰ ਤੱਕ ਕੇ ਵੀ ਨਾ ਆਇਆ ਨਾ ਧਾਹਾਂ ਮਾਰ ਕੇ ਰੋਇਆ, ਮੈਨੂੰ ਤੱਕ ਕੇ ਵੀ ਨਾ ਆਇਆ ਨਾ ਧਾਹਾਂ ਮਾਰ ਕੇ ਰੋਇਆ। ਉਹਨੂੰ ਬੇਗਾਨਗੀ ਦਾ ਬਸ ਹੋਣਾ ਅਹਿਸਾਸ ਬਾਕੀ ਹੈ। ਸ਼ਿਕਾਰੀ ਘੜੇ ਲੱਖ ਵਿਉਂਤਾਂ, ਸ਼ਿਕਾਰੀ ਘੜੇ ਲੱਖ ਵਿਉਂਤਾਂ, ਪਰ ਇਹਨਾਂ ਜਾਲ ਲੈ ਉੱਡਣਾ ਉਕਾਬਾਂ ਦਾ ਉਡਾਰੀ ਤੇ ਅਜੇ ਵਿਸ਼ਵਾਸ ਬਾਕੀ ਹੈ। ਲੱਖ ਨਾਰਾਜ਼ ਹੋਵੇ ਮਗਰ ਤਾਂ ਵੀ ਸਾਥ ਨਹੀਂ ਛੱਡਦੀ, ਉਹ ਲੱਖ ਨਾਰਾਜ਼ ਹੋਵੇ ਮਗਰ ਤਾਂ ਵੀ ਸਾਥ ਨਹੀਂ ਛੱਡਦੀ। ਕਿ ਮਾਂ ਦਾ ਨਿੱਘ ਜੀਵੇ ਜਦੋਂ ਤੱਕ ਹੱਡ ਮਾਸ ਬਾਕੀ ਹੈ। ਹਰ ਇੱਕ ਪੱਥਰ ਨੂੰ ਪਿਘਲਾਊ ਅਹਿਲਿਆ ਵਕਤ ਆਵਣ ਤੇ, ਹਰ ਇੱਕ ਪੱਥਰ ਨੂੰ ਪਿਘਲਾਊ ਅਹਿਲਿਆ ਵਕਤ ਆਵਣ ਤੇ। ਅਧਰਮੀ ਪਤੀ ਨੂੰ ਸੀਤਾ ਵੱਲੋਂ ਬਨਵਾਸ ਬਾਕੀ ਹੈ। ਉਹ ਥਾਂ ਥਾਂ ਭਟਕਦਾ ਫਿਰਦਾ ਅਜੇ ਟਿਕਿਆ ਨਹੀਂ ਕਿਧਰੇ, ਉਹ ਥਾਂ ਥਾਂ ਭਟਕਦਾ ਫਿਰਦਾ ਅਜੇ ਟਿਕਿਆ ਨਹੀਂ ਕਿਧਰੇ। ਕਿ ਲੱਗਦਾ ਉਸ ਦਾ ਪ੍ਰਵਾਸ ਵਿੱਚ ਆਵਾਸ ਬਾਕੀ ਹੈ। ਤੇਰੀ ਤਾਕਤ ਦੇ ਹੜ ਨੂੰ ਬੰਨ ਬਣ ਟੱਕਰੂ ਕਲਮ ਸਾਡੀ, ਤੇਰੀ ਤਾਕਤ ਦੇ ਹੜ ਨੂੰ ਬੰਨ ਬਣ ਟੱਕਰੂ ਕਲਮ ਸਾਡੀ। ਲਹੂ ਨੂੰ ਅੱਖਰਾਂ ਵੱਲੋਂ ਦਿੱਤੀ ਧਰਵਾਸ ਬਾਕੀ ਹੈ, ਲਹੂ ਨੂੰ ਅੱਖਰਾਂ ਵੱਲੋਂ ਦਿੱਤੀ ਧਰਵਾਸ ਬਾਕੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਅੱਛੇ ਰੂਹੀ ਬੇਟੇ, ਬਹੁਤ ਅੱਛੇ। ਰੂਹੀ ਦੇ ਪਾਪਾ ਦੀ ਮੈਂ ਸਟੂਡੈਂਟ ਰਹੀ ਹਾਂ, ਪ੍ਰੋਫੈਸਰ ਨਵਸੰਗੀਤ ਜੀ ਦੀ। ਓਕੇ ਬੇਟਾ, ਬੈਸਟ ਵਿਸ਼ੇਸ। ਥੈਂਕ ਯੂ ਮੈਮ। ਹਾਂਜੀ, ਇਸ ਤੋਂ ਬਾਅਦ ਇਸ ਦੇ ਵਿੱਚ ਨਾਮ ਸਾਡਾ ਹੈ ਗੁਲਸ਼ਨ ਦਿਆਲ ਜੀ, USA ਤੋਂ ਅਧਿਆਪਨ ਦਾ ਕਾਰਜ ਕਰ ਰਹੇ ਨੇ। ਦੁਨੀਆ ਸੱਚਮੁੱਚ ਸੁੰਗੜ ਗਈ ਹੈ, ਦੁਨੀਆ ਸੱਚਮੁੱਚ ਸੁੰਗੜ ਗਈ ਹੈ, ਤਾਂ ਹੀ ਤਾਂ ਮੈਂ ਗਾਜ਼ਾ 'ਚ ਮਰੇ ਹੋਏ ਬੱਚੇ ਨੂੰ ਛੂ ਸਕੀ ਹਾਂ। ਦੂਰ ਕਿਤੇ ਚਚਨੀਆਂ 'ਚ ਗੁੰਮੀਆਂ ਲਾਸ਼ਾਂ ਨੂੰ ਮਿੱਟੀ ਬਣਦਿਆਂ ਤੱਕ ਸਕੀ ਸਾਂ। ਕਿਵੇਂ ਉਹਨਾਂ ਪਹਿਲਾਂ ਉਸ ਸਿਰ ਨੂੰ ਕਲਮ ਕੀਤਾ, ਫਿਰ ਉਸਨੂੰ ਮੈਡਲ ਵਾਂਗ ਫੜ ਉਹ ਹੱਸ-ਹੱਸ ਫਿਲਮਾਉਂਦੇ ਰਹੇ ਸਨ। ਸਾਇੰਸ ਹੁਣ ਹੱਦਾਂ ਨਹੀਂ ਮੰਨਦੀ, ਤਾਂ ਹੀ ਤਾਂ ਮੈਂ ਉਹਨਾਂ ਨੂੰ ਭੱਠੀ ਵਿੱਚ ਝੁਲਸਦੇ ਦੇਖਦੀ ਰਹਿ ਗਈ, ਸਿਰਫ ਇਸ ਕਰਕੇ ਕਿ ਉਹਨਾਂ ਦੇ ਮੁਕੱਦਰ 'ਚ ਕ੍ਰਾਸ ਲਿਖਿਆ ਗਿਆ ਸੀ। ਹੁਣ ਕਿਵੇਂ ਕੋਈ ਪਾਦਰੀ ਆਪਣੇ ਲੇਲਿਆਂ ਨੂੰ ਆਖੇਗਾ ਕਿ ਈਸਾ ਉਹਨਾਂ ਲਈ ਸੂਲੀ ਤੇ ਲਟਕਿਆ ਸੀ।
ਹੁਣ ਕਿਵੇਂ ਕੋਈ ਪਾਦਰੀ ਆਪਣੇ ਲੇਲਿਆਂ ਨੂੰ ਆਖੇਗਾ ਕਿ ਈਸਾ ਉਹਨਾਂ ਲਈ ਸੂਲੀ ਤੇ ਲਟਕਿਆ ਸੀ ਕਿ ਕੀ ਇਸਲਾਮ ਦੇ ਮਤਲਬ ਸੱਚਮੁੱਚ ਸ਼ਾਂਤੀ ਹੁੰਦਾ ਹੈ? ਤਾਂ ਹੀ ਤਾਂ ਬੋਕੋ ਹਰਾਮ ਰਾਹੀਂ ਵਿਲਕਦੀਆਂ ਕੁੜੀਆਂ ਦਾ ਵਿਲਕਣਾ ਸੁਣਾਈ ਨਹੀਂ ਦਿੰਦਾ। ਇੱਕ ਮੌਤ ਵਰਗੀ ਸ਼ਾਂਤੀ ਜੋ ਖਿਲਰ ਗਈ ਹੈ। ਹਾਂ, ਦੁਨੀਆ ਇੱਕ ਗਲੋਬਲ ਪਿੰਡ ਬਣ ਗਈ ਹੈ। ਤਾਂ ਹੀ ਤਾਂ ਮੈਂ ਉਸ ਭੈਣ ਭਰਾ ਨੂੰ UNO ਦੀ ਲੱਗੀ ਮੋਹਰ ਦੇ ਕੰਬਲ ਹੇਠ ਹੌਲੀ ਹੌਲੀ ਰੋਂਦਿਆਂ ਦੇਖਿਆ ਸੀ। ਆਪਣੇ ਮਾਪਿਆਂ ਦੀਆਂ ਕਲਮ ਕੀਤੀਆਂ ਲਾਸ਼ਾਂ ਨੂੰ ਯਾਦ ਕਰ ਉਹ ਰੋਂਦੇ ਰੋਂਦੇ ਸੌਂ ਗਏ ਸਨ। ਦੁਨੀਆ ਇੱਕ ਗਲੋਬਲ ਪਿੰਡ ਹੈ ਤੇ ਮੈਂ ਹੈਰਾਨ ਹਾਂ, ਇਹ ਬੱਚੇ, ਇਹ ਚੀਕਾਂ, ਇਹ ਲਾਸ਼ਾਂ ਹੋਣ ਦੇ ਬਾਵਜੂਦ ਅਸੀਂ ਬਾਕੀ ਸਾਰੇ ਜੀ ਰਹੇ ਹਾਂ, ਸ਼ਾਂਤੀ ਦੀ ਗੱਲ ਕਰ ਰਹੇ ਹਾਂ, ਪਿਆਰ ਦੀ ਗੱਲ ਕਰ ਰਹੇ ਹਾਂ ਤੇ ਨਾ ਉਮੀਦੀਆਂ 'ਚ ਉਮੀਦ ਦਿਖਾ ਰਹੇ ਹਾਂ। ਕੰਬਲ ਹੇਠ ਛਿਪੇ ਇਹ ਬੱਚੇ ਸੁਪਨੇ 'ਚ ਇੱਕ ਦੂਜੇ ਨੂੰ ਹੈਰਾਨੀ ਨਾਲ ਪੁੱਛ ਰਹੇ ਹਨ, ਇਹ ਸ਼ਾਂਤੀ ਕੀ ਹੁੰਦੀ ਹੈ, ਇਹ ਪਿਆਰ ਕੀ ਹੁੰਦਾ ਹੈ ਤੇ ਇਹ ਜ਼ਿੰਦਗੀ ਕੀ ਹੁੰਦਾ ਹੈ। ਹਾਂ, ਦੁਨੀਆ ਇੱਕ ਗਲੋਬਲ ਪਿੰਡ ਹੈ। ਇਸ ਤੋਂ ਬਾਅਦ ਮੈਂ ਸੱਦਾ ਦੇਣਾ ਚਾਹਾਂਗੀ ਰਾਜਵਿੰਦਰ ਜਟਾਣਾ ਜੀ ਨੂੰ। ਪਟਿਆਲਾ ਤੋਂ ਹੀ ਨੇ ਮੈਡਮ, ਅਧਿਆਪਨ ਦਾ ਕਾਰਜ ਕਰ ਰਹੇ ਨੇ। ਗੀਤ, ਗਜ਼ਲ, ਕਵਿਤਾ, ਨਜ਼ਮ ਹਰ ਵਿਧਾ ਦੇ ਵਿੱਚ ਲਿਖ ਰਹੇ ਨੇ। ਆਹਟ ਕਾਵਿ ਸੰਗ੍ਰਹਿ ਦੇ ਨਾਲ ਆਪਣੀ ਹਾਜ਼ਰੀ ਲਵਾ ਚੁੱਕੇ ਨੇ। ਦੂਸਰੀ ਇਹਨਾਂ ਦੀ ਗਜ਼ਲ ਸੰਗ੍ਰਹਿ ਦੀ ਕਿਤਾਬ ਚੰਨ ਅਜੇ ਦੂਰ ਹੈ ਵੀ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਹੁਣ ਮੈਂ ਚਾਹਦੀ ਹਾਂ ਕਿ ਮੈਡਮ ਰਾਜਵਿੰਦਰ ਆਪਣੀ ਨਜ਼ਮ ਲੈ ਕੇ शुक्रिया सोही सिस्टर। पेश कर रही हैं गजल दे कुछ शेर। कच्चा हुंदा कोल जाना सी, अज नहीं तां पल के। कच्चा हुंदा कोल जाना सी, अज नहीं तां पल के। सजना वे रंग ऐसा चढ़िया, सजना वे रंग ऐसा चढ़िया, उतरे ना मल मल के। कच्चा हुंदा कुल जाना सी, अज नहीं तां पल के। तुर तक मोना भेजी होई, एक असीस ते दिंदा। तुर तक मोनाल भेजी होई, एक असीस ते दिंदा। धोखे धक्के हावे दिते, गहरा संग रल रल के। सजना वे रंग ऐसा चढ़िया, उतरे ना मल मल के। जख्म हजारा दुनिया देते, तू की दिता बखरा। जख्म हजारा दुनिया देते, तू की देता वखरा। वेख साडा जोश बदे हुण, चोबा विच पल पल के। कच्चा हुंदा कुल जाना सी, अज नहीं तां पल के। तेरा देता प्यार हुंगारा, बेशक लगदा मिठा। तेरा दिता प्यार हुंगारा, बेशक लगदा मिठा। तेरे तलख बतीरे नू पर हार गए चल चल के। तेरे तलख बतीरे नू पर हार गए चल चल के।
ਕੱਚਾ ਹੁੰਦਾ ਖੁੱਲ ਜਾਣਾ ਸੀ, ਅੱਜ ਨਹੀਂ ਤਾਂ ਪਲ ਕੇ ਆਵੇ ਮੈਰਮ ਬੋਲ ਸੁਣਾਵਾਂ ਤੈਨੂੰ ਰੂਹ ਦੀਆਂ ਰਮਜ਼ਾਂ। ਆਵੇ ਮਹਿਰਮ ਕੋਲ ਸੁਣਾਵਾਂ ਤੈਨੂੰ ਰੂਹ ਦੀਆਂ ਰਮਜ਼ਾਂ। ਯਾਦ ਤੇਰੀ ਕਿੰਜ ਜਾਨ ਕਿੰਜ ਜਾਨ, ਯਾਦ ਤੇਰੀ ਕਿੰਜ ਜਾਨ ਸਤਾਉਂਦੀ, ਜਿਸਮ ਮੇਰਾ ਬਲ ਬਲ ਕੇ ਕੱਚਾ ਹੁੰਦਾ ਖੁੱਲ ਜਾਣਾ ਸੀ, ਅੱਜ ਨਹੀਂ ਤਾਂ ਪਲ ਕੇ। ਸਜਣਾ ਵੇ ਰੰਗ ਐਸਾ ਚੜਿਆ, ਉਤਰੇ ਨਾ ਮਲ ਮਲ ਕੇ, ਕੱਚਾ ਹੁੰਦਾ ਖੁੱਲ ਜਾਣਾ ਸੀ, ਅੱਜ ਨਹੀਂ ਤਾਂ ਪਲ, ਅੱਜ ਨਹੀਂ ਤਾਂ ਪਲ ਕੇ। ਥੈਂਕਸ। ਬਹੁਤ ਹੀ ਵਧੀਆ ਤਰਨਮ ਦੇ ਵਿੱਚ ਪੇਸ਼ ਕੀਤੀ ਗਜ਼ਲ। ਅਜਿੰਦਰ ਜਟਾਣਾ ਜੀ, ਸ਼ੁਕਰੀਆ, ਬਣੇ ਰਹੋ ਸਾਡੇ ਨਾਲ। ਇਸ ਤੋਂ ਬਾਅਦ ਮੈਂ ਸੱਦਾ ਦੇਵਾਂਗੀ ਕੈਨੇਡਾ ਤੋਂ ਬਲਵੀਰ ਢਿੱਲੋਂ ਜੀ ਨੂੰ। ਬਲਵੀਰ ਢਿੱਲੋਂ ਜੀ, ਜ਼ਿੰਦਗੀ, ਇਹ ਹਵਾ, ਸੋਚ ਦੀ ਪਰਵਾਜ਼, 3 ਕਿਤਾਬਾਂ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਨੇ। ਬਲਵੀਰ ਢਿੱਲੋਂ ਜੀ, ਹੈਲੋ। ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਛੋਟੀਆਂ 2 ਕਵਿਤਾਵਾਂ ਸੁਣਾਵਾਂਗੀ। ਪਹਿਲੀ ਹੈ, ਤੂਫਾਨਾਂ ਦਾ ਮੁੱਖ ਮੋੜਾਂਗੇ, ਫੌਲਾਦ ਜਿਹਾ ਜ਼ੇਰਾ ਹੈ। ਤੂਫਾਨਾਂ ਦਾ ਮੁੱਖ ਮੋੜਾਂਗੇ, ਫੌਲਾਦ ਜਿਹਾ ਜ਼ੇਰਾ ਹੈ। ਟੁੱਟਣ ਨਹੀਂ ਦੇਣਾ ਇਹ ਜੋ ਵਜੂਦ ਮੇਰਾ ਹੈ। ਭਰਮ ਨਾ ਪਾਲਿਓ ਕੋਈ, ਬੇਸ਼ੱਕ ਅਜੇ ਹਨੇਰਾ ਹੈ। ਦੀਵਾ ਬਾਲ ਧਰਿਆ ਹੈ, ਅਜੇ ਤਾਂ ਹੋਣਾ ਸਵੇਰਾ ਹੈ। ਮੈਂ ਨਹੀਂ ਕਹਿੰਦਾ ਇਹ ਦੁਨੀਆ ਇਹ ਦਸਤੂਰ ਤੇਰਾ ਹੈ। ਤੂਫਾਨਾਂ ਦਾ ਮੁੱਖ ਮੋੜਾਂਗੇ, ਫੌਲਾਦ ਜਿਹਾ ਜ਼ੇਰਾ ਹੈ। ਟੁੱਟਣ ਨਹੀਂ ਦੇਣਾ ਇਹ ਜੋ ਵਜੂਦ ਮੇਰਾ ਹੈ। ਮੇਰੀ ਅਗਲੀ ਕਵਿਤਾ ਹੈ, ਚਲੋ ਹੱਸ ਕੇ ਟਾਲ ਦਈਏ, ਚਲੋ ਹੱਸ ਕੇ ਟਾਲ ਦਈਏ। ਆ ਜ਼ਿੰਦਗੀ ਨੂੰ ਇੱਕ ਨਵਾਂ ਮਕਸਦ ਦਈਏ, ਆ ਸੋਚ ਨੂੰ ਇੱਕ ਨਵਾਂ ਖਿਆਲ ਦਈਏ। ਸੋਚਦੇ ਤਾਂ ਹੋਣੇ ਦੁੱਖ ਕਿਉਂ ਚੁੱਪ ਹੋ ਗਈ ਹੈ। ਚੱਲ ਹੌਸਲਿਆਂ ਨੂੰ ਜਿੰਦਾ ਦਿਲੀ ਦੀ ਇੱਕ ਨਵੀਂ ਮਿਸਾਲ ਦਈਏ। ਕਿਰ ਰਹੇ ਨੇ ਹਾਸਿਆਂ ਚੋਂ ਕਿਰਨਾਂ ਦੇ ਪੌ ਫੁਟਾਲੇ, ਆ ਹਨੇਰਿਆਂ ਨੂੰ ਰਾਹਾਂ ਚੋਂ ਦੂਰ ਕਰਕੇ ਚਾਨਣ ਦੀ ਭਾਲ ਦਈਏ। ਮੈਂ ਨਹੀਂ ਕਹਿੰਦਾ ਹੈ ਦਸਤੂਰ ਤੇਰਾ, ਡਿੱਗਿਆਂ ਨੂੰ ਉੱਪਰ ਚੁੱਕੇ ਮੁੜ ਉੱਠਣ ਦਾ ਇੱਕ ਨਵਾਂ ਉਛਾਲ ਦਈਏ। ਚਲੋ ਹੱਸ ਕੇ ਟਾਲ ਦਈਏ, ਆ ਜ਼ਿੰਦਗੀ ਨੂੰ ਇੱਕ ਨਵਾਂ ਮਕਸਦ ਦਈਏ, ਆ ਸੋਚ ਨੂੰ ਇੱਕ ਨਵਾਂ ਪ੍ਰਵਾਸ ਦਈਏ। ਬਹੁਤ ਬਹੁਤ ਸ਼ੁਕਰੀਆ। ਕੈਨੇਡਾ ਤੋਂ ਇਸ ਹਨ ਬਲਵੀਰ ਢਿੱਲੋਂ। ਇਸ ਤੋਂ ਬਾਅਦ ਮੈਂ ਸੱਦਾ ਦੇਵਾਂਗੀ ਮੇਰੇ ਹੀ ਆਪਣੇ ਸ਼ਹਿਰ ਮਲੇਰਕੋਟਲਾ ਤੋਂ ਡਾਕਟਰ ਰੁਬੀਨਾ ਸ਼ਬਨਮ ਜੀ ਉਹਨਾਂ ਨੂੰ। ਡਾਕਟਰ ਰੁਬੀਨਾ ਸ਼ਬਨਮ ਜੀ ਸ਼ੇਰ ਖਾਨ ਮੁਹੰਮਦ ਉਰਦੂ ਅਕੈਡਮੀ ਮਲੇਰਕੋਟਲਾ ਵਿਖੇ ਉਹਦੇ ਵਿੱਚ ਮੁਖੀ ਦੀ ਭੂਮਿਕਾ ਨਿਭਾ ਰਹੇ ਨੇ 2011 ਤੋਂ। ਇਹਨਾਂ ਦਾ ਕੰਮ ਪੰਜਾਬੀ, ਉਰਦੂ, ਫਾਰਸੀ ਤਿੰਨੇ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੇ ਅਨੁਵਾਦ ਦੇ ਕੰਮ ਮੈਡਮ ਕੀਤੇ ਨੇ। ਇਸ ਤੋਂ ਬਿਨਾਂ ਇਹਨਾਂ ਨੇ ਗਜ਼ਲ ਸੰਗ੍ਰਹਿ, ਤਾਲੁਕਾਤ ਕਾ ਬਜ਼ਰ ਤੇ ਗਮਾਂ ਦੇ ਦਰਿਆ ਕੀਤੇ ਨੇ। ਇਸ ਤੋਂ ਬਿਨਾਂ ਬਹੁਤ ਸਾਰੀਆਂ ਸੰਪਾਦਕ ਕਿਤਾਬਾਂ ਵੀ ਨੇ। ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਮੈਡਮ ਰੁਬੀਨਾ ਸ਼ਬਨਮ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੀ ਨਜ਼ਮ ਲੈ ਕੇ, ਕਵਿਤਾ ਲੈ ਕੇ। ਮੈਡਮ ਰੁਬੀਨਾ ਸ਼ਬਨਮ ਜੀ। शुक्रिया, बहुत बहुत शुक्रिया। नारी कवि दरबार से मैं नारी की जिंदगी के मुख्तलिफ शेड पेश कर दी कविता पेश कर जा रही हूँ। कविता का उन्वान है आवागमन। मैं नारी हाँ, मेरा जीवन हर 10 साल मगरों जून बदलदा है, शक्ल बदलदा है। मैं नारी हाँ, मेरा जीवन हर 10 साल मगरों जून बदलदा है, शक्ल बदलदा है।
जद मैं जम्मी चिड़ी दी जुन्नी, बाबल दे आंगन विच सैकी, कलियां दी खुशबोई महकी, गुड्डियां अते पटोले मेरे, राजा रानी बोले मेरे, मेरी जाचे दुनिया सारी, बांध मेरे भोली भंडारी। एक दिहाई एवं लगाई तां हिरनी दी जुन्नी पाई, ना कुछ छोटी ते कुछ वडेरी, ना कच्ची ते नहीं पकेरी, बाबल वेख के भूरी वट्टी, अरमाना दी पोची पट्टी, जिधर तोरिया उधर तुर गई, विच पानिया लूण दे वांगर, जीवन दी हर सदर खुर गई। अगली जुन्नी मोरनी बनके, नींद चैन दी चोरनी बनके, पहला पाइया चूड़े खनके, गीत सबे मल्हार हो गए, सुपने सब साकार हो गए, फुल्लां भरी क्यारी मेरी ते सारी दी सारी मेरी। ये जुन्नी मैं खूब हंडाई तां रुखां दी जुन्नी पाई, ये जुन्नी सी बड़ी अवली, 20 वरियां तिकर चली, मां बन गई ठंडी छां बन गई। ये जुन्नी सी बड़ी अवली, 20 वरियां तिकर चली, छावां वंडना धुप्पां सहना, सब कुछ सहना ते चुप रहना, कलम कली बन विच डोला, किस कोल दिल दे दुखड़े फुल्लां, रो नहीं सकदी हस नहीं सकदी, होनी दा दुख दस नहीं सकदी, साथी जग बेमुख हो जावे, कोई मौसम रात ना आवे, पतझड़ नंगी बुच्ची कीता, उसदी छो ना सुच्ची कीता, इस जुन्नी दी था जद पाई, इउं जापे मैं सदी हंडाई। अगली जुन्नी चंगी होवे, चावां दे विच रंगी होवे, सदर हर इक रह गई सुत्ती, मैं अगली जुन्नी विच सुत्ती। अगली जुन्नी चंगी होवे, चावां दे विच रंगी होवे, सदर हर इक रह गई सुत्ती, मैं अगली जुन्नी विच सुत्ती। अद्धी सदी दा समां हंडा के, हर एक जज्बा लेखे लाके, ना इस घर दी ना उस घर दी, मैं मंगती खुद अपने दर दी। राजन मेरे जम्मे जाए, पीर पैगंबर गोद खिड़ाए, लानत क्यों फिर पल्ले पै गई, कि मैं ऐसे जोगी रह गई। राजन मेरे जम्मे जाए, पीर पैगंबर गोद खिड़ाए, लानत क्यों फिर पल्ले पै गई, कि मैं ऐसे जोगी रह गई। कुत्ती जून नूं कीड़े पै गए, कुत्ती जून नूं कीड़े पै गए, मैनू कबरां तीकर लै गए, कीड़ियां दा मैं दर्द हंडाया, उन्हां मेरा दुख घटाया, मैं उन्हीं हां धन्नवादी, मुड़ नारी दी जुन्नी पैनों, मैं अपने खालिक दे ताईं माफी मंगी साध मुरादी, मैं नारी हां मेरा जीवन हर 10 सालां मगरों जीवन बदलदा है, शक्ल बदल। शुक्रिया। बहुत बहुत शुक्रिया मैडम रवीना जी। ਇਸ ਤੋਂ ਬਾਅਦ ਮੈਂ ਗੁਰਪ੍ਰੀਤ ਕੌਰ ਹਰਿਆਣਾ ਅੰਬਾਲਾ ਤੋਂ ਉਹਨਾਂ ਨੂੰ ਸੱਦਾ ਦੇ ਰਹੀ ਹਾਂ। ਗੁਰਪ੍ਰੀਤ ਕੌਰ, ਆ ਗੱਲਾਂ ਕਰੀਏ। ਇਹਨਾਂ ਨੇ ਇੱਕ ਕਿਤਾਬ ਇਹਨਾਂ ਦੀ ਆਈ ਸੀ 2018 ਦੇ ਵਿੱਚ। ਤੇ ਗੁਰਪ੍ਰੀਤ ਕੌਰ, ਹਾਂਜੀ ਮੈਡਮ। ਬਹੁਤ ਬਹੁਤ ਧੰਨਵਾਦ ਸਿਪਜਲਾ ਦਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ। ਮੈਂ ਕੁਝ ਕੁ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਚੱਲਦਾ ਜੇ ਜ਼ੋਰ ਹੋਵੇ ਚਲਾਈ ਜਾਂਦਾ, ਚੱਲਦਾ ਜੇ ਜ਼ੋਰ ਹੋਵੇ ਚਲਾਈ ਜਾਂਦਾ, ਦਿਲ 'ਚ ਵਸਾ ਕੇ ਅਜ਼ਮਾਈ ਜਾਂਦਾ। ਮੈਂ ਮੁਨਕਰ ਨਹੀਂ ਹੋਣਾ ਕਿਸੇ ਵੀ ਗੱਲ ਤੋਂ, ਇਹ ਦਿਲ ਮੇਰਾ ਸਮਝਾਈ ਜਾਂਦਾ। ਜਾਨ ਲੈ ਕੇ ਤੇਰੀ ਕਿੱਥੇ ਜਾਵਾਂਗੇ, ਜਾਨ ਲੈ ਕੇ ਤੇਰੀ ਕਿੱਥੇ ਜਾਵਾਂਗੇ, ਤੂੰ ਰਹਿਨੁਮਾ ਮੇਰਾ, ਇਹੀ ਰਾਹ ਮੈਨੂੰ ਵਿਖਾਈ ਜਾਂਦਾ, ਇਹੀ ਰਾਹ ਮੈਨੂੰ ਵਿਖਾਈ ਜਾਂਦਾ। ਅਗਲੀ ਨਜ਼ਮ ਹੈ, ਆ ਇੱਕ ਸੌਦਾ ਕਰਦੇ ਹਾਂ, ਆ ਇੱਕ ਸੌਦਾ ਕਰਦੇ ਹਾਂ, ਅਹਿਸਾਸ ਵੀ ਸਾਂਝੇ ਕਰਦੇ ਹਾਂ, ਹਰ ਮਰਜ਼ ਦੀ ਦਵਾ ਹੈ ਜੋ ਪਿਆਰ ਨੂੰ ਸਾਵੇਂ ਧਰਦੇ ਹਾਂ। ਹੰਝੂਆਂ ਮੇਰੀਆਂ ਤੇ ਲਿਖ ਦੇਈਂ ਕਹਾਣੀ, ਹੰਝੂਆਂ ਮੇਰਿਆਂ ਤੇ ਲਿਖ ਦੇਈਂ ਕਹਾਣੀ, ਹਾਸਿਆਂ ਤੇ ਤੇਰੇ ਮੈਂ ਗੀਤ ਲਿਖਾਂਗੀ, ਸਾਥ ਨਿਭਾਉਣ ਦੇ ਵਾਅਦੇ ਤੇਰੇ ਪਲਕਾਂ ਹੇਠ ਸਾਂਭ ਰੱਖਾਂਗੀ। ਅਗਲੀ ਹੈ, ਸਰਾਹ ਨਾ ਸਮਝੀ, ਸਰਾਹ ਨਾ ਸਮਝੀ ਕਿ ਰਾਤ ਗਈ ਬਾਤ ਗਈ, ਸਰਾਹ ਨਾ ਸਮਝੀ ਕਿ ਰਾਤ ਗਈ ਬਾਤ ਗਈ, ਅਗਲੀ ਸਵੇਰ ਜਦ ਤੂੰ ਤੁਰਨਾ ਉਦੋਂ ਮੈਂ ਵੀ ਨਾਲ ਹੀ ਤੁਰ ਪੈਣਾ ਸਦਾ ਲਈ, ਉਦੋਂ ਮੈਂ ਵੀ ਨਾਲ ਹੀ ਤੁਰ ਪੈਣਾ ਸਦਾ ਲਈ। ਅਖੀਰ ਵਿੱਚ, ਆ ਲੈ ਫੜ, ਆ ਲੈ ਫੜ ਤੇਰੇ ਦਿੱਤੇ ਖੰਭ, ਨਾ ਮੰਗੇ ਸੀ ਨਾ ਲੋੜ ਮੈਨੂੰ, ਆ ਲੈ ਫੜ ਤੇਰੇ ਦਿੱਤੇ ਖੰਭ, ਨਾ ਮੰਗੇ ਸੀ ਨਾ ਲੋੜ ਮੈਨੂੰ, ਉਧਾਰ ਦੀ ਉਡਾਰੀ ਉਧਾਰ ਦੇ ਖੰਭ, ਨਹੀਂ ਓ ਫੱਬਣ ਨਾ ਮਨਜ਼ੂਰ ਮੈਨੂੰ, ਕਿਸੇ ਆਸਰੇ ਉੱਡਣੋਂ ਆਪੇ ਤੁਰਨਾ ਚੰਗਾ, ਨਾ ਡਿੱਗਣ ਦਾ ਡਰ ਨਾ ਅਹਿਸਾਨ ਦਾ ਬੋਝ,
ਨਾ ਡਿੱਗਣ ਦਾ ਡਰ, ਨਾ ਅਹਿਸਾਨ ਦਾ ਬੋਝ। ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਮੈਂ ਸਿਮਰਨ ਅਕਸ ਜੀ ਨੂੰ ਸੱਦਾ ਦਿੰਦੀ ਹਾਂ। ਇਹ ਕਾਲਜ ਦੇ ਵਿੱਚ ਅਧਿਆਪਨ ਦਾ ਕੰਮ ਕਰ ਰਹੇ ਨੇ। ਮੈਂ ਤੇ ਉਹ ਕਹਾਣੀ ਸੰਗ੍ਰਹਿ ਇਹਨਾਂ ਦਾ 2019 ਦੇ ਵਿੱਚ ਛਪਿਆ ਪੰਜਾਬੀ ਸਿਨੇਮਾ ਤੇ। ਇਹ ਆਪਣੀ ਰਿਸਰਚ ਦਾ ਕੰਮ ਕਰ ਰਹੇ ਨੇ ਸਿਮਰਨ ਅਕਸ ਜੀ। ਸਿਮਰਨ ਅਕਸ, आओ जी। जी बहुत बहुत शुक्रिया जी। मेरी गजल है, अखरां नूं नाल रखी, शब्दां च ढाल रखी। अखरां नूं नाल रखी, शब्दां च ढाल रखी। छंद बहर भी जरूरी, छंद बहर भी जरूरी, ख्यालां दा ख्याल रखी। छंद बहर भी जरूरी, ख्यालां दा ख्याल रखी। भज्जियां ही डिगदा बंदा, भज्जियां ही डिगदा बंदा, मट्ठी ही चाल रखी। ते झुक जाए नजर मैली, ऐनी मजाल रखी। झुक जाए नजर मैली, ऐनी मजाल रखी। डोलेगा पर ना टुटी, डोलेगा पर ना टुटी, बाणी ते ढाल रखी। औखी घड़ी भी आऊ, डाडे ते हाल रखी। ओ मुल्क है बेगाना, ओ मुल्क है बेगाना, सज्जणा दी भाल रखी। मिट्टी दा मोह भी यारा, सीने च पाल रखी। मिट्टी दा मोह भी यारा, सीने च पाल रखी। गुमनाम ही ना हो जाए, विरसा संभाल रखी। गुमनाम ही ना हो जाए, विरसा संभाल रखी। ते मावां तां छड्ड के चले हैं, मावां तां छड्ड के चले हैं, बोली तां नाल रखी। मावां तां छड्ड के चले हैं, बोली तां नाल रखी। अखरां नूं नाल रखी, शब्दां च ढाल रखी। छंद बहर भी जरूरी, ख्यालां दा ख्याल रखी। ते दूसरी एक गजल दे कुछ शेयर तुहाडे नाल सांझे करना चाहनी है कि तितली नूं जो भार बनाई बैठे हो, तितली नूं जो भार बनाई बैठे हो, पत्थर दा संसार बनाई बैठे हो। तितली नूं जो भार बनाई बैठे हो, पत्थर दा संसार बनाई बैठे हो। अपने आप जानन दा भी वक्त नहीं, एक कैसी रफ्तार बनाई बैठे हो। अपने आप नूं जानन दा भी वक्त नहीं, एक कैसी रफ्तार बनाई बैठे हो। ते हक सच तां छिक्के ही टंगे जाने सी, हक सच तां छिक्के ही टंगे जाने सी, गुंडियां दी सरकार बनाई बैठे हो। हक सच तां छिक्के ही टंगे जाने सी, गुंडियां दी सरकार बनाई बैठे हो। लोड़ पई तां कदे तां किधरे वरतांगे, लोड़ पई तां कदे तां किधरे वरतांगे, रिश्ते नूं हथियार बनाई बैठे हो। लोड़ पई ते कदे तां किधरे वरतांगे, रिश्ते नूं हथियार बनाई बैठे हो। ते आखिरी है कि आखिर आपां जिउण लई ही जम्मे सां, आखिर आपां जिउण लई ही जम्मे हां, मौत नूं ही क्यों सार बनाई बैठे हो। आखिर आपां जिउण लई ही जम्मे हां, मौत नूं ही क्यों सार बनाई बैठे हो। तितली नूं जो भार बनाई बैठे हो, पत्थर दा संसार बनाई बैठे हो। बहुत बहुत शुक्रिया जी। बहुत खूब सिमरन अक्स, बहुत सोहनी पेशकारी तुहाडी। शुक्रिया जी। शुक्रिया, बने रहो साडे नाल। इस तो बाद मैं पटियाला तो ही अध्यापन का कार्य कर रहे अंजू वीरती जी नूं सद्दा दिन्नी हां। इन्हां दियां रचनावां जिहड़ियां ने सांझे काव संग्रह 5 छप चुके ने, उन्हां दे विच छपीਆਂ ने। अंजू वीरती जी जी, मेरे वालों अदबी शख्सियतां नूं नमस्कार, सत श्री अकाल जी। मैं हुशियारपुर तो अंजू वीरती पेश कर रही हां अपनी रचना चल लिखिए इतिहास नवां। चल लिखिए इतिहास नवां, होवे कोई एहसास नवां। चल लिखिए इतिहास नवां,
ਹੋਵੇ ਕੋਈ ਅਹਿਸਾਸ ਨਵਾਂ। ਛੱਡ ਕੇ ਰੋਣਾ ਖਪਣਾ ਤੂੰ, ਦਿਲ ਵਿੱਚ ਭਰ ਹੁਲਾਸ ਨਵਾਂ। ਚੱਲ ਲਿਖੀਏ ਇਤਿਹਾਸ ਨਵਾਂ। ਜੋਬਨ ਰੁੱਤ ਮੁੜ ਆਉਂਦੀ ਨਹੀਂ, ਪਤਝੜ ਤੋਂ ਘਬਰਾਵੀਂ ਨਾ। ਜੋਬਨ ਰੁੱਤ ਮੁੜ ਆਉਂਦੀ ਨਹੀਂ, ਪਤਝੜ ਤੋਂ ਘਬਰਾਵੀਂ ਨਾ। ਮੌਤ ਤੋਂ ਪਹਿਲਾਂ ਮਰਨਾ ਨਹੀਂ, ਦਿਲ ਵਿੱਚ ਰੱਖ ਧਰਵਾਸ ਨਵਾਂ। ਚੱਲ ਲਿਖੀਏ ਇਤਿਹਾਸ ਨਵਾਂ। ਲੋਭ ਲਾਲਚ ਵਿੱਚ ਆਵੀਂ ਨਾ, ਵੇਖੀ ਧੋਖਾ ਖਾਵੀਂ ਨਾ। ਲੋਭ ਲਾਲਚ ਵਿੱਚ ਆਵੀਂ ਨਾ, ਵੇਖੀ ਧੋਖਾ ਖਾਵੀਂ ਨਾ। ਰਾਹ ਵਿੱਚ ਠੋਕਰ ਖਾਵੀਂ ਨਾ, ਰੱਖੀ ਹੋਸ਼ ਹਵਾਸ ਨਵਾਂ। ਚੱਲ ਲਿਖੀਏ ਇਤਿਹਾਸ ਨਵਾਂ। ਇੱਥੇ ਜਾਬਰ ਜ਼ੁਲਮ ਕਮਾ ਜਾਂਦੇ, ਕਦੇ ਮੌਤ ਦੀ ਨੀਂਦ ਸਵਾ ਜਾਂਦੇ। ਇੱਥੇ ਜਾਬਰ ਜ਼ੁਲਮ ਕਮਾ ਜਾਂਦੇ, ਮੌਤ ਦੀ ਨੀਂਦ ਸਵਾ ਜਾਂਦੇ। ਦਿਲ ਮੋਇਆ ਭਾਜੜ ਪਾਵੀਂ ਨਾ, ਰੱਖੀ ਪਰ ਪਿਆਲਾ ਆਸ ਨਵਾਂ। ਚੱਲ ਲਿਖੀਏ ਇਤਿਹਾਸ ਨਵਾਂ। ਨਾ ਕੱਲਾ ਬੈਠਾ ਰੋਂਦਾ ਰਹੀਂ, ਪੰਡ ਗਮ ਦੀ ਦਿਲ ਤੇ ਢੋਂਦਾ ਰਹੀਂ। ਕੱਲਾ ਬੈਠਾ ਰੋਂਦਾ ਰਹੀਂ, ਪੰਡ ਗਮ ਦੀ ਦਿਲ ਤੇ ਢੋਂਦਾ ਰਹੀਂ। ਹੋਵੇ ਸੱਚ ਦਾ ਬਸ ਹਜੂਮ ਜਿੱਥੇ, ਉੱਥੇ ਜਾ ਕੇ ਕਰ ਇਜਲਾਸ ਨਵਾਂ। ਚੱਲ ਲਿਖੀਏ ਇਤਿਹਾਸ ਨਵਾਂ, ਹੋਵੇ ਕੋਈ ਅਹਿਸਾਸ ਨਵਾਂ। ਛੱਡ ਕੇ ਰੋਣਾ ਖਪਣਾ ਤੂੰ, ਦਿਲ ਵਿੱਚ ਭਰ ਹੁਲਾਸ ਨਵਾਂ। ਚੱਲ ਲਿਖੀਏ ਫਿਰ ਇਤਿਹਾਸ ਨਵਾਂ। ਚੱਲ ਲਿਖੀਏ ਫਿਰ ਇਤਿਹਾਸ ਨਵਾਂ। ਬਹੁਤ ਸ਼ੁਕਰੀਆ, ਧੰਨਵਾਦ ਜੀ। ਥੈਂਕ ਯੂ। ਥੈਂਕ ਯੂ। ਸ਼ੁਕਰੀਆ, ਬਹੁਤ ਸ਼ੁਕਰੀਆ ਅੰਜੂ ਵੀ ਰੱਤੀ ਜੀ। ਤਰਨਮ ਦੇ ਵਿੱਚ ਤੁਸੀਂ ਆਪਣੀ ਨਜ਼ਮ ਪੇਸ਼ ਕੀਤੀ, ਗਜ਼ਲ ਪੇਸ਼ ਕੀਤੀ। ਇਸ ਤੋਂ ਬਾਅਦ ਮੈਂ ਮੈਡਮ ਸੁਰਜੀਤ ਕੌਰ ਜੀ USA ਤੋਂ ਸਾਡੇ ਨਾਲ ਜੁੜੇ ਨੇ। ਅਧਿਆਪਨ ਦਾ ਕਾਰਜ ਦੇ ਵਿੱਚ ਭਾਰਤ ਦੇ ਵਿੱਚ ਵੀ ਜੁੜੇ ਰਹੇ ਨੇ, ਥਾਈਲੈਂਡ ਦੇ ਵਿੱਚ ਵੀ ਇਹਨਾਂ ਨੇ ਅਧਿਆਪਨ ਦਾ ਕਾਰਜ ਕੀਤਾ। ਕਾਵ ਪੁਸਤਕਾਂ ਸ਼ਿਕਾਸ਼ਤ ਦੇ ਰੰਗ, ਹੇ ਸਖੀ ਵਿਸਮਾਦ ਛਪ ਚੁੱਕੀਆਂ ਨੇ। ਇੱਕ ਕਹਾਣੀ ਸੰਗ੍ਰਹਿ ਵੀ ਪਾਰਲੇ ਪੁੱਲ ਇਹਨਾਂ ਦਾ ਛਪ ਚੁੱਕਿਆ। ਬਾਕੀ ਇਹ ਵੱਖ-ਵੱਖ ਵਿਧਾਵਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ। ਮੈਂ ਸੱਦਾ ਦੇ ਰਹੀ ਹਾਂ ਮੈਡਮ ਸੁਰਜੀਤ ਕੌਰ ਜੀ ਨੂੰ ਕਿ ਉਹ ਆਪਣੀ ਕਵਿਤਾ, ਆਪਣੀ ਰਚਨਾ ਲੈ ਕੇ ਆਉਣ। ਮੈਡਮ ਸੁਰਜੀਤ ਜੀ। ਥੈਂਕ ਯੂ ਜੀ, ਮੈਂ ਹਾਜ਼ਰ ਹਾਂ। ਅੱਜ ਮੇਰੀ ਆਵਾਜ਼ ਸੁਣ ਰਹੀ ਹੈ? ਜੀ ਜੀ। ਹਾਂਜੀ, ਅੱਜ ਨਾਰੀ ਕਵੀ ਦਰਬਾਰ ਵਿੱਚ ਮੈਂ ਨਾਰੀ ਦੇ ਹੀ ਪੱਖ ਤੋਂ ਇੱਕ ਨਜ਼ਮ ਪੇਸ਼ ਕਰ ਰਹੀ ਹਾਂ। ਮੇਰੀ ਨਜ਼ਮ ਦਾ ਉਨਵਾਨ ਹੈ ਕਦ ਕਰੋਗੇ। ਹਾਏ ਇਸ ਬਸਤੀ 'ਚ ਕਿੰਨਾ ਸ਼ੋਰ ਹੈ ਮੇਰੇ ਲਈ। ਹਾਏ ਇਸ ਬਸਤੀ 'ਚ ਕਿੰਨਾ ਸ਼ੋਰ ਹੈ ਮੇਰੇ ਲਈ। ਇਸ ਦੇ ਬੁੱਲਾਂ ਤੇ ਚੁੱਪ ਕਦ ਧਰੋਗੇ। ਮੌਨ ਹੋ ਚੁੱਕੇ ਨੇ ਮੇਰੇ ਬੋਲ, ਮੇਰੇ ਮੌਨ ਦਾ ਵਿਸਤਾਰ ਕਦ ਕਰੋਗੇ। ਮੌਨ ਹੋ ਚੁੱਕੇ ਨੇ ਮੇਰੇ ਬੋਲ, ਮੇਰੇ ਮੌਨ ਦਾ ਵਿਸਤਾਰ ਕਦ ਕਰੋਗੇ। ਕੋਈ ਡਾਢੀ ਪਿਆਸ ਮੇਰੇ ਹਲਕ 'ਚ, ਕੋਈ ਡਾਢੀ ਪਿਆਸ ਮੇਰੇ ਹਲਕ 'ਚ। ਅੰਜਲੀ ਭਰ ਸਾਗਰ ਇਸ ਤੇ ਕਦ ਧਰੋਗੇ। ਹਾਏ ਇੱਕ ਛਿੱਟ ਸਵਾਂਤੀ ਬੂੰਦ ਕਦ ਇਸ ਦੇ ਬੁੱਲਾਂ ਤੇ ਧਰੋਗੇ। ਤੇ ਠੋਸ ਹੋਏ ਅਲੰਕਾਰਾਂ ਨੂੰ ਮੇਰੇ ਲਈ ਤਰਲ ਕਦ ਕਰੋਗੇ। ਕੋਈ ਡਾਢੀ ਪਿਆਸ ਮੇਰੇ ਹਲਕ 'ਚ, ਅੰਜਲੀ ਭਰ ਸਾਗਰ ਇਸ ਤੇ ਕਦ ਧਰੋਗੇ। ਹਾਏ ਇੱਕ ਛਿੱਟ ਸਵਾਂਤੀ ਬੂੰਦ ਕਦ ਇਸ ਦੇ ਹਵਾਲੇ ਕਰੋਗੇ। ਠੋਸ ਹੋਏ ਅਲੰਕਾਰਾਂ ਨੂੰ ਮੇਰੇ ਲਈ ਤਰਲ ਕਦ ਕਰੋਗੇ। ਕਿਉਂ ਮੇਰੀ ਉਡਾਨ 'ਚ ਇੰਨੀ ਬੇਬਸੀ, ਕਿਉਂ ਇੱਕ ਵੀ ਚੁੰਗੀ ਮੈਥੋਂ ਭਰੀ ਨਾ ਗਈ। ਉਕਾਬ ਜਿਹੀ ਇੱਕ ਉਡਾਨ ਦੀ ਕਰਤਾ ਹੋਣ ਦਾ ਕਰਮ ਕਦ ਕਰੋਗੇ। ਤੇ ਮੇਰੀ ਪਰਵਾਜ਼ ਵਿੱਚ ਤਾਰਿਆਂ ਭਰਿਆ ਆਸਮਾਨ ਕਦ ਭਰੋਗੇ। ਤੇ ਮੇਰੀ ਚੁੱਪ ਦਾ ਵਿਸਤਾਰ ਕਦ ਕਰੋਗੇ।
ਤੇ ਮੇਰੀ ਚੁੱਪ ਦਾ ਵਿਸਤਾਰ ਕਦ ਕਰੋਗੇ। ਪੈਰਿਸ ਦੀਆਂ ਗਲੀਆਂ ਮੈਨੂੰ ਕਮਲੀ ਕਹਿੰਦੀਆਂ, ਐਰੀਜ਼ੋਨਾ ਦੀਆਂ ਗ੍ਰੈਂਡ ਕੈਨੀਅਨਾਂ ਮੇਰੇ ਅੰਦਰ ਰਹਿੰਦੀਆਂ, ਚਾਈਨਾ ਦੀ ਵਾਲ ਤੇ ਚੜ ਬੈਠੀਆਂ ਮੇਰੇ ਹਿੱਸੇ ਦੀਆਂ ਚਾਨਣੀਆਂ, ਸੰਘਣੇ ਜੰਗਲਾਂ ਦੇ ਪੈਂਡੇ, ਦੀਵਾਰਾਂ ਅਤੇ ਖਾਈਆਂ ਮੇਰੇ ਰਾਹਾਂ 'ਚ ਅਟਕਣਾ ਰਹਿੰਦੀਆਂ। ਇਹਨਾਂ ਨੂੰ ਮੇਰੇ ਸਫ਼ਰ 'ਚੋਂ ਕਦ ਮਨਫੀ ਕਰੋਗੇ ਤੇ ਮੈਨੂੰ ਵਿੰਡ ਚਾਈਮਾਂ ਨਾਲ ਭਰਿਆ ਇੱਕ ਘਰ ਕਦ ਦਿਓਗੇ, ਤੇ ਮੈਨੂੰ ਵਿੰਡ ਚਾਈਮਾਂ ਨਾਲ ਭਰਿਆ ਇੱਕ ਘਰ ਕਦ ਦਿਓਗੇ। ਇੱਕ ਨਿੱਕੀ ਜਿਹੀ ਨਜ਼ਮ ਹੋਰ ਮੈਂ ਪੇਸ਼ ਕਰਨਾ ਚਾਹੁੰਦੀ ਹਾਂ। ਉਹਦਾ ਨਜ਼ਮ ਦਾ ਨਾਮ ਹੈ ਮੇਰੀ ਕਾਇਆ। ਸਾਹਾਂ ਦੇ ਬੂਹੇ ਤੇ ਖੜੀ ਮੇਰੀ ਕਾਇਆ, ਕਾਲ ਦਾ ਕਾਸਾ ਲੈ ਮੁਕਤੀ ਦਾ ਦਾਨ ਮੰਗਦੀ ਹੈ। ਸਾਹਾਂ ਦੇ ਬੂਹੇ ਤੇ ਖੜੀ ਕਾਇਆ, ਕਾਲ ਦਾ ਕਾਸਾ ਲੈ ਮੁਕਤੀ ਦਾ ਦਾਨ ਮੰਗਦੀ ਹੈ। ਮੇਰੀ ਕਾਇਆ, ਮੇਰਾ ਜੀ ਕਰਦਾ ਹੈ ਕਿ ਤੇਰੇ ਮੱਥੇ 'ਚ ਨਵਾਂ ਸੂਰਜ ਮੈਂ ਰੋਸ਼ਨ ਕਰ ਦੇਵਾਂ, ਤੇਰੇ ਪੈਰਾਂ ਨੂੰ ਆਕਾਸ਼ ਗੰਗਾ ਜਿਹਾ ਕੋਈ ਸਫ਼ਰ ਦੇਵਾਂ, ਤੇਰੀ ਪਿਆਸ ਨੂੰ ਡਾਉਣ ਲਈ ਇੱਕ ਅੰਜਲੀ ਸਾਗਰ ਦੇਵਾਂ, ਸੋਚ ਤੇਰੀ ਵਿੱਚ ਨੀਲਾ ਅੰਬਰ ਮੈਂ ਭਰ ਦੇਵਾਂ। ਭਰ ਕੇ ਇੱਕ ਮੁੱਠ ਇਸ ਮੁਕੱਦਸ ਮਿੱਟੀ ਦੀ, ਭਰ ਕੇ ਇੱਕ ਮੁੱਠ ਇਸ ਮੁਕੱਦਸ ਮਿੱਟੀ ਦੀ ਤਲੀ ਤੇਰੀ ਤੇ ਧਰ ਦੇਵਾਂ, ਤੇ ਅਚਨਚੇਤ ਹੀ ਖੁੱਲ ਜਾਵੇ ਇਸ ਜੀਵਨ ਦਾ ਰਹੱਸ, ਅਚਨਚੇਤ ਹੀ ਖੁੱਲ ਜਾਵੇ ਇਸ ਜੀਵਨ ਦਾ ਰਹੱਸ, ਐਸਾ ਤੈਨੂੰ ਵਾਯੂ ਮੰਡਲ ਦੇਵਾਂ। ਮੇਰੀ ਕਾਇਆ, ਮੇਰਾ ਜੀ ਕਰਦਾ ਹੈ ਤੈਨੂੰ ਇਹ ਵਰ ਦੇਵਾਂ, ਇਸ ਕਾਲ ਚੱਕਰ ਤੋਂ ਮੁਕਤ ਮੈਂ ਤੈਨੂੰ ਕਰ ਦੇਵਾਂ। ਮੇਰੀ ਕਾਇਆ, ਮੇਰਾ ਜੀ ਕਰਦਾ ਹੈ ਤੈਨੂੰ ਇਹ ਵਰ ਦੇਵਾਂ, ਇਸ ਕਾਲ ਚੱਕਰ ਤੋਂ ਮੁਕਤ ਮੈਂ ਤੈਨੂੰ ਕਰ ਦੇਵਾਂ। ਮੇਰੀ ਕਾਇਆ, ਮੇਰਾ ਜੀ ਕਰਦਾ ਹੈ ਤੈਨੂੰ ਨਵੀਂ ਦਿਸ਼ਾ, ਨਵਾਂ ਚਿੰਤਨ, ਨਵਾਂ ਜੀਵਨ ਦੇਵਾਂ, ਨਵਾਂ ਜੀਵਨ ਦੇਵਾਂ। ਥੈਂਕ ਯੂ ਜੀ, ਥੈਂਕ ਯੂ ਸ਼ਾਮਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। तो मैं हुण बेनती करांगा जी उन्हां तो बाद डॉक्टर हरप्रीत कौर होरां नूं। डॉक्टर हरप्रीत कौर होरी जिहड़े हां जी ਉਹ ਜਿੱਥੇ ਇੱਕ ਬੜੇ ਲੰਮੇ ਸਮੇਂ ਤੋਂ ਅਧਿਆਪਨ ਦੇ ਕਾਰਜ ਦੇ ਵਿੱਚ ਜੁੜੇ ਹੋਏ ਨੇ, ਉੱਥੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਇਹ ਇੱਕ ਸਥਾਪਿਤ ਨਾਮ ਹੈ। ਪੰਜਾਬੀ ਅਤੇ ਹਿੰਦੀ ਦੇ ਵਿੱਚ ਲਗਾਤਾਰ ਕਵਿਤਾ ਲਿਖ ਰਹੇ ਨੇ, ਤੇ ਉਹਨਾਂ ਨੇ ਪੰਜਾਬੀ ਵਿੱਚ ਉਹਨਾਂ ਦੀ ਕਵਿਤਾ ਦਾ ਸੰਗ੍ਰਹਿ ਤੂੰ ਮੈਨੂੰ ਸਿਰਲੇਖ ਦੇ ਨੂੰ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਯੁਵਾ ਪੁਰਸਕਾਰ ਵੀ ਮਿਲ ਚੁੱਕਿਆ, ਤੇ ਇਸ ਤੋਂ ਇਲਾਵਾ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਵੀ ਇਸ ਕਿਤਾਬ ਨੂੰ ਪੁਰਸਕ੍ਰਿਤ ਕੀਤਾ ਜਾ ਚੁੱਕਾ ਹੈ। ਹਿੰਦੀ ਅਤੇ ਸਾਹਿਤਕ ਜਿਹੜੇ ਰਸਾਲੇ ਨੇ ਉਹਨਾਂ ਦੇ ਵਿੱਚ ਅਕਸਰ ਇਹਨਾਂ ਦੀਆਂ ਕਵਿਤਾਵਾਂ ਛਪਦੀਆਂ ਨੇ। ਸੋ ਅੱਜ ਕੱਲ੍ਹ ਇਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਜਿਹੜੀ ਯੂਨੀਵਰਸਿਟੀ ਹੈ ਜੀ ਉਹਦੇ ਵਿੱਚ ਵਰਧਾ ਮਹਾਰਾਸ਼ਟਰ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਸੇਵਾਵਾਂ ਨਿਭਾ ਰਹੇ ਨੇ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਹਰਪ੍ਰੀਤ ਹੋਰਾਂ ਨੂੰ ਕਿ ਉਹ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਡਾਕਟਰ ਹਰਪ੍ਰੀਤ ਕੌਰ। ਹਾਂਜੀ ਹਾਂਜੀ, ਪਹਿਲੀ ਕਵਿਤਾ ਹੈ ਡਰ। ਮਾਂ ਇਹ ਕੀ ਕਰ ਦਿੱਤਾ, ਆਪਣੇ ਹਿੱਸੇ ਦਾ ਡਰ ਮੇਰੀਆਂ ਰਗਾਂ 'ਚ ਭਰ ਦਿੱਤਾ। ਮਾਂ ਇਹ ਕੀ ਕਰ ਦਿੱਤਾ, ਆਪਣੇ ਹਾਂਜੀ हेलो, शायद आवाज रुक जा रही है ना। हाँ जी आओ जी प्लीज। जी जी हाँ, हुण आ रही ना जी आवाज? बिल्कुल आ रही है जी जी। पहली कविता है डर। मां ये की कर दिता, अपने हिस्से दा डर मेरियां रगां च भर दिता। दूसरी कविता है कीरतपुर। अपने पानियां विच उतरिया है कीरतपुर, अपने पानियां विच उतरिया है कीरतपुर, जिकण उतरेगी ओह तेरे पानियां एक दिन जिउंदे जी। जिकण उतरेगी ओह तेरे पानियां एक दिन जिउंदे जी। एक छोटी सी होर कविता पढ़ूंगी मैं। औरत। खाविंद लई एक पहर दा रिन्नदियां खुशबू नाल भर जांदा है पेट। खाविंद लई एक पहर दा रिन्नदियां खुशबू नाल भर जांदा है पेट। खाविंद जो दूसरे पहर ते पहले पहर दा स्वाद भुल जांदा है। खाविंद जो
ਦੂਸਰੇ ਪੈਰ ਦੇ ਪਹਿਲੇ ਪੈਰ ਦਾ ਸਵਾਦ ਭੁੱਲ ਜਾਂਦਾ ਹੈ। ਸ਼ੁਕਰੀਆ ਨਵਰਤ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਧੰਨਵਾਦ ਡਾਕਟਰ ਹਰਪ੍ਰੀਤ ਕੌਰ ਜੀ। ਸੋ ਤੇਜਿੰਦਰ, ਹਾਂਜੀ ਮੰਚ ਤੁਹਾਨੂੰ। ਓਕੇ ਜੀ, ਇਸ ਤੋਂ ਬਾਅਦ ਮੈਂ ਰਮਾ ਰਮੇਸ਼ਵਰੀ ਜੀ ਪਟਿਆਲਾ ਤੋਂ ਨੇ, ਸਕੂਲ ਅਧਿਆਪਨ ਦੇ ਸਕੂਲ ਅਧਿਆਪਕਾਂ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਸੱਚ ਦੀ ਲੋਕ ਦੀ ਪ੍ਰਵਾਸ, 2 ਕਾਵਿ ਪੁਸਤਕਾਂ ਇਹਨਾਂ ਦੀਆਂ ਆ ਚੁੱਕੀਆਂ ਨੇ, ਸਾਂਝੇ ਕਾਵਿ ਸੰਗ੍ਰਹਿ। ਮੈਡਮ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਨਜ਼ਮ ਲੈ ਕੇ ਹਾਜ਼ਰ ਹੋਣ ਜੀ। ਮੈਡਮ ਰਮਾ ਰਮੇਸ਼ਵਰੀ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆ ਰਹੀ ਜੀ? ਜੀ ਜੀ। ਫੁੱਲਾਂ ਤੋਂ ਮੈਂ ਹੱਸਣਾ ਸਿੱਖਿਆ, ਫੁੱਲਾਂ ਤੋਂ ਮੈਂ ਹੱਸਣਾ ਸਿੱਖਿਆ, ਧਰਤੀ ਤੋਂ ਸਿੱਖਿਆ ਸਹਿਣਾ, ਝਰਨਿਆਂ ਤੋਂ ਰਵਾਨੀ ਸਿੱਖੀ, ਨਦੀਆਂ ਤੋਂ ਵਗਦੇ ਰਹਿਣਾ, ਪਤੰਗੇ ਤੋਂ ਪ੍ਰੀਤ ਨਿਭਾਉਣੀ ਸਿੱਖੀ, ਹਵਾਵਾਂ ਤੋਂ ਬਿਨ ਥੱਕੇ ਬਹਿਣਾ, ਰੁੱਖਾਂ ਤੋਂ ਨਿਸਵਾਰਥ ਵੰਡਣਾ ਸਿੱਖਿਆ, ਸਭ ਵੰਡਣਾ ਤੇ ਕੁਝ ਨਾ ਕਹਿਣਾ। ਮੈਂ ਹਾਂ ਰਮਾ ਰਮੇਸ਼ਵਰੀ। ਸਾਰੇ ਹੀ ਪੰਜਾਬੀਆਂ ਨੂੰ, ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੈਂ ਤੁਹਾਡੇ ਸਾਹਮਣੇ ਆਪਣੀ ਇੱਕ ਨਜ਼ਮ ਪੇਸ਼ ਕਰਾਂਗੀ, ਵਜੂਦੀ ਟੁਕੜੇ। ਮੈਂ ਖੁਸ਼ੀ ਵੇਲੇ ਖੁਸ਼ ਨਹੀਂ, ਮੈਂ ਖੁਸ਼ੀ ਵੇਲੇ ਖੁਸ਼ ਨਹੀਂ ਤੇ ਦੁੱਖ ਵੇਲੇ ਹੋਰ ਦੁਖੀ ਹੋ ਜਾਂਦੀ ਹਾਂ। ਕਿਉਂ ਹਰ ਖੁਸ਼ੀ ਤੇ ਗਮ ਦੀ ਤਾਸੀਰ ਬਦਲ ਜਾਂਦੀ ਹੈ ਮੇਰੇ ਲਈ, ਕਿਉਂ ਹਰ ਖੁਸ਼ੀ ਤੇ ਗਮ ਦੀ ਤਾਸੀਰ ਬਦਲ ਜਾਂਦੀ ਹੈ ਮੇਰੇ ਲਈ, ਕਿਉਂ ਮੈਂ ਵੰਡੀ ਰਹਿੰਦੀ ਹਾਂ, ਕਿਉਂ ਮੈਂ ਵੰਡੀ ਰਹਿੰਦੀ ਹਾਂ ਪੇਕਿਆਂ ਤੇ ਸਹੁਰਿਆਂ ਅੰਦਰ, ਫਰਜ਼ਾਂ ਤੇ ਕਰਜ਼ਾਂ ਅੰਦਰ, ਚੌਂਕੇ ਚੁੱਲ੍ਹੇ ਚਾਰ ਦੀਵਾਰੀ ਅੰਦਰ, ਮੇਰੇ ਸੁਪਨੇ ਵਿੱਚ ਜਾਂਦੇ ਖਾਣੇ ਦੀ ਪਲੇਟ ਜਾਂ ਬੈੱਡ ਦੀ ਚਾਦਰ ਤੇ। ਕਦੇ ਤਾਂ ਮੇਰੇ ਹਾਸੇ ਸੱਧਰਾਂ ਦੀ ਘੂਰੀ ਤੇ ਮਰਦ ਪ੍ਰਧਾਨ ਸੋਚ ਨਾਲ ਕੁੱਤਰ ਦਿੱਤੇ ਜਾਂਦੇ। ਮੇਰੇ ਪੇਕੇ ਸਹੁਰੇ ਸਿਰਤਾਜ ਵੋਟ ਤੇ ਆਲਣਾ ਸਭ ਹੈ, ਮੇਰੇ ਪੇਕੇ ਸਹੁਰੇ ਸਰਤਾਜ ਵੋਟ ਤੇ ਆਲਣਾ ਸਭ ਹੈ, ਜੇ ਨਹੀਂ ਤਾਂ ਸਿਰਫ ਮੈਂ ਅਧ ਅਧੂਰੀ ਜਿਹੀ ਵਜੂਦੀ ਟੁਕੜਿਆਂ ਦੀ ਭਾਲ ਕਰਦੀ। ਮੈਂ ਹਾਂ, ਮੈਂ ਔਰਤ ਹਾਂ, ਸਿਰਜਕ ਹਾਂ, ਸ਼ਕਤੀ ਹਾਂ, ਧਰਤੀ ਹਾਂ, ਅਣਥਕ ਹਾਂ। ਮੈਂ ਔਰਤ ਹਾਂ, ਸਿਰਜਕ ਹਾਂ, ਸ਼ਕਤੀ ਹਾਂ, ਧਰਤੀ ਹਾਂ, ਅਣਥਕ ਹਾਂ, ਪਰ ਫਿਰ ਵੀ ਮੈਂ ਲੁੱਟੀ ਜਾਂਦੀ ਹਾਂ, ਵੇਚੀ ਜਾਂਦੀ ਹਾਂ, ਭੋਗੀ ਜਾਂਦੀ ਹਾਂ, ਦੁਰਕਾਰੀ ਜਾਂਦੀ ਹਾਂ ਤੇ ਤੇਜ਼ਾਬ ਨਾਲ ਸਾੜੀ ਵੀ ਜਾਂਦੀ ਹਾਂ, ਬਲੁੰਦਰੀ ਜਾਂਦੀ ਹਾਂ, ਬੇਪੱਤੀ ਵੀ ਹੁੰਦੀ ਹਾਂ। ਮੈਂ ਪੜ੍ਹ ਲਿਖ ਗਈ ਹਾਂ, ਮੈਂ ਪੜ੍ਹ ਲਿਖ ਗਈ ਹਾਂ, ਫਿਰ ਵੀ ਹਰ ਯੁੱਗ ਅੰਦਰ ਲਸਾੜੀ ਜਾਂਦੀ ਹਾਂ, ਕਿਉਂਕਿ ਮੈਂ ਔਰਤ ਹਾਂ। ਮੈਂ ਸਹਿਣਾ ਸਿੱਖਿਆ, ਟੁੱਟਣਾ ਨਹੀਂ, ਸਿਰ ਝੁਕਾਉਣਾ ਸਿੱਖਿਆ, ਉਠਾਉਣਾ ਨਹੀਂ। ਮੈਂ ਰੁਮਕਦੀ ਪੌਣ ਕਲੀ ਚਿੜੀ ਵਿਚਾਰੀ ਹੀ ਬਣੀ ਰਹੀ, ਕਦੇ ਜਵਾਲਾਮੁਖੀ ਤੇ ਤੂਫਾਨ ਨਾ ਬਣ ਸਕੀ, ਮੌਨ ਦਾ ਤਿਆਗ ਨਾ ਕਰ ਸਕੀ, ਇੱਕ ਬੁਲੰਦ ਆਵਾਜ਼ ਨਾ ਬਣ ਸਕੀ, ਆਪਣੇ ਵਜੂਦੀ ਟੁਕੜੇ ਸਮੇਤ ਸੰਪੂਰਨ ਨਾ ਹੋ ਸਕੀ। ਕਿਉਂਕਿ ਮੈਂ ਮੌਨ ਦਾ ਤਿਆਗ ਨਾ ਕਰ ਸਕੀ, ਇੱਕ ਬੁਲੰਦ ਆਵਾਜ਼ ਨਾ ਬਣ ਸਕੀ, ਆਪਣੇ ਵਜੂਦੀ ਟੁਕੜੇ ਸਮੇਤ ਸੰਪੂਰਨ ਨਾ ਹੋ ਪਾਈ, ਆਪਣੇ ਵਜੂਦੀ ਟੁਕੜੇ ਸਮੇਤ ਸੰਪੂਰਨ ਨਾ ਹੋ ਪਾਈ। ਸਤਿ ਸ਼੍ਰੀ ਅਕਾਲ ਸਭ ਨੂੰ, ਧੰਨਵਾਦ। ਇੱਕ ਬੇਨਤੀ ਹੈ ਜੀ ਕਿ ਕਵੀ ਸਾਡੇ ਬਹੁਤ ਰਹਿੰਦੇ ਨੇ ਤੇ ਬੇਨਤੀ ਹੈ ਕਿ ਇੱਕ ਹੀ ਰਚਨਾ ਪੇਸ਼ ਕਰਨ ਦੀ ਖੇਚਲ ਕੀਤੀ ਜਾਵੇ ਤਾਂ ਕਿ ਸਮੇਂ ਸਿਰ ਇਸ ਮੀਟਿੰਗ ਨੂੰ ਨਿਬੇੜਿਆ ਜਾ ਸਕੇ। ਇਸ ਤੋਂ ਬਾਅਦ ਮੈਂ ਬਿਨਾਂ ਸਮਾਂ ਜਾਇਆ ਕਰਦੇ ਸਤਨਾਮ ਚੌਹਾਨ ਜੀ ਨੂੰ ਸੱਦਾ ਦਿੰਦੀ ਹਾਂ। ਪਟਿਆਲਾ ਤੋਂ ਸਤਨਾਮ ਚੌਹਾਨ ਜੀ। ਕਹੋ ਤਿਤਲੀਆਂ ਨੂੰ ਤੇ ਤੂੰ ਆ ਜਾਵੀਂ, 2 ਕਾਵਿ ਸੰਗ੍ਰਹਿ ਲੈ ਕੇ ਪੰਜਾਬੀ ਸਾਹਿਤ ਦੀ ਧੂਰੀ ਕਰ ਚੁੱਕੇ ਨੇ ਡਾਕਟਰ ਸਤਨਾਮ ਚੌਹਾਨ ਜੀ। ਹੈਲੋ। ਹਾਂਜੀ ਹਾਂਜੀ ਮੈਮ ਸੁਣ ਰਹੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ।
ਤੇ ਮੇਰੀਆਂ 3 ਕਿਤਾਬਾਂ ਨੇ ਜੀ ਪੋਇਟਰੀ ਦੀਆਂ, ਇੱਕ ਸਮਰਪਣ ਹੈ, ਇੱਕ ਤੂੰ ਆ ਜਾਈ, ਇੱਕ ਤਿਤਲੀਆਂ। ਜੀ ਤੇ ਕਹਾਣੀ ਵੀ ਲਿਖਦੀ ਹਾਂ ਮੈਂ। ਤੇ ਮੇਰੀ ਇਹ ਕਵਿਤਾ ਹਰ ਉਸ ਗੱਭਰੂ ਮੁਟਿਆਰ ਦੇ ਨਾਂ ਹੈ ਜਿਨ੍ਹਾਂ ਦੇ ਚੇਤਰ ਚ ਵਸਲਾਂ ਦੇ ਫੁੱਲ ਨਾ ਖਿੜੇ। ਤਰਨਮ ਚ ਤਾਂ ਤੂੰ ਮੇਰੇ ਕੋਲ ਆਵੇ, ਜਦ ਚੇਤਰ ਤੇ ਫੁੱਲ ਹਿਜਰ ਦੇ ਖਿੜਨ, ਵਸਲਾਂ ਦੇ ਪਲ ਵੀ ਮੁੱਕ ਜਾਵਣ, ਤੈਨੂੰ ਤੜਪਦਾ ਛੱਡ ਦੇਵੇ ਕੋਈ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ। ਜਦੋਂ ਰਿਸ਼ਤੇ ਵੀ ਆਪਣੇ ਨਾਲ ਲੱਗਣ, ਰਿਸ਼ਤਿਆਂ ਵਿੱਚ ਵਿਸਿਆਲ ਹੋਵੇ, ਜ਼ਿੰਦਗੀ ਚ ਕੋਈ ਵੀ ਆਸ ਨਾ ਰਹੇ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ। ਜਦੋਂ ਆਪਣੇ ਬੇਗਾਨੇ ਹੋਣ ਲੱਗਣ, ਬਹਾਰਾਂ ਚ ਪੱਤਝੜ ਹੋਣ ਲੱਗਣ, ਸੱਦਰਾਂ ਦੇ ਫੁੱਲ ਮੁਰਝਾਉਣ ਵੇੜਿਆ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ। ਆਖਰੀ ਜਦੋਂ ਬਿਖੜੇ ਰਾਹ ਤੇ ਰਾਤਾਂ ਕਾਲੀਆਂ ਹੋਵਣ, ਜਦੋਂ ਹਰ ਪਾਸੇ ਉਦਾਸੀਆਂ ਹੋਵਣ, ਹਾੜਾਂ ਦੀ ਤਪਦੀ ਦੁਪਹਿਰ ਹੋਵੇ, ਹਾੜਾਂ ਦੀ ਤਪਦੀ ਦੁਪਹਿਰ ਹੋਵੇ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ, ਤਾਂ ਤੂੰ ਮੇਰੇ ਕੋਲ ਆਵੀਂ ਵੇੜਿਆ। ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਮੈਡਮ। ਇਸ ਤੋਂ ਬਾਅਦ ਬਮਲਜੀਤ ਮਾਨ ਜੀ ਕੈਨੇਡਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਉਹਨਾਂ ਨੂੰ ਸੱਦਾ ਦਿੰਦੀ ਹਾਂ। ਮੈਡਮ ਬਮਲਜੀਤ ਕੌਰ ਮਾਨ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਵਾਹ ਕਲ ਕਲ ਕਰਦੀ ਨਦੀ ਵਰਗੀਏ, ਵਾਹ ਕਲ ਕਲ ਕਰਦੀ ਨਦੀ ਵਰਗੀਏ, ਤੇਰੇ ਮੱਥੇ ਤੇ ਸੂਰਜ ਦਾ ਚੁੰਮਣ ਧਰਦਿਆਂ, ਲਟ ਲਟ ਬਲਦੀਏ ਅੰਗਿਆਰ ਵਰਗੀਏ, ਪੈਰੀ ਸਾਗਰੀ ਝਾਂਜਰ ਦੀ ਤਾਲ ਭਰਦਿਆਂ, ਹਰੀਆਂ ਫਸਲਾਂ ਵਾਂਗੂ ਲਹਿ ਲਹਾਉਂਦੀਏ, ਹਰੀਆਂ ਫਸਲਾਂ ਵਾਂਗੂ ਲਹਿ ਲਹਾਉਂਦੀਏ, ਮੀਂਹ ਵਾਂਗ ਵਰਕੇ ਤੇਰੀ ਜ਼ਹਿਰ ਹਰਦਿਆਂ, ਪਰਬਤ ਤੋਂ ਭਾਰੀ ਜਿਗਰਾ ਦਿਖਾਉਂਦੀਏ, ਪਰਬਤ ਤੋਂ ਭਾਰੀ ਜਿਗਰਾ ਦਿਖਾਉਂਦੀਏ, ਆ ਮਮਤਾ ਦੀ ਜੋਤ ਮੋਹ ਨਾਲ ਭਰਦਿਆਂ, ਬੇਅੰਤ ਹੱਥਾਂ ਨਾਲ ਕਰਮਕਾਰ ਕਰਦੀਏ, ਬੇਅੰਤ ਹੱਥਾਂ ਨਾਲ ਕਰਮਕਾਰ ਕਰਦੀਏ, ਕਲਾਮਈ ਸ਼ੋਅ ਨਾਲ ਕਲਾਕਾਰੀ ਭਰਦਿਆਂ, ਸੰਦਲੀ ਪੌਣਾ ਚ ਭਰੀ ਸੁਗੰਧੀ ਵਰਗੀਏ, ਸੰਦਲੀ ਪੌਣਾ ਚ ਭਰੀ ਸੁਗੰਧੀ ਵਰਗੀਏ, ਹੋਲੀ ਦੇ ਰੰਗਾਂ ਦਾ ਪਾਬੁਕ ਤੇਰੀ ਓਕ ਭਰਦਿਆਂ, ਉਗਮਦੀ ਸੂਰਜੇ ਦੀ ਲੋ ਸਰਗੀ ਵਰਗੀਏ, ਉਗਮਦੀ ਸੂਰਜੇ ਦੀ ਲੋ ਸਰਗੀ ਵਰਗੀਏ, ਸਗਲ ਕਾਇਨਾਤ ਖਜ਼ਾਨੇ ਤੇਰੀ ਝੋਲ ਭਰਦਿਆਂ, ਸਗਲ ਕਾਇਨਾਤ ਖਜ਼ਾਨੇ ਤੇਰੀ ਝੋਲ ਭਰਦਿਆਂ, ਵਾਹ ਕਲ ਕਲ ਕਰਦੀਏ ਨਦੀ ਵਰਗੀਏ, ਤੇਰੇ ਮੱਥੇ ਤੇ ਸੂਰਜ ਦਾ ਚੁੰਮਣ ਧਰਦਿਆਂ। ਇੱਕ ਗਜ਼ਲ ਹੈ ਜੀ। ਵਸੇ ਦੁਨੀਆ ਚ ਜਿੱਥੇ ਵੀ ਆਲੰਬਰਦਾਰ ਲੱਭਦੀ ਹਾਂ, ਕਿ ਮਾਂ ਬੋਲੀ ਦਾ ਹੁਣ ਕੋਈ ਮੈਂ ਪਹਿਰੇਦਾਰ ਲੱਭਦੀ ਹਾਂ, ਵਸੇ ਦੁਨੀਆ ਚ ਜਿੱਥੇ ਵੀ ਆਲੰਬਰਦਾਰ ਲੱਭਦੀ ਹਾਂ,
ਕਿ ਮਾਂ ਬੋਲੀ ਦਾ ਹੁਣ ਕੋਈ ਮੈਂ ਪਹਿਰੇਦਾਰ ਲੱਭਦੀ ਹਾਂ। ਜੋ ਠਿੱਬੀ ਮਾਰਦਾ ਉਸ ਤੋਂ ਮੈਂ ਪਾਸਾ ਵੱਟ ਲੰਘਾਂ। ਸੰਭਾਲੇ ਡਿੱਗਦਿਆਂ ਨੂੰ ਐਸਾ ਮਦਦਗਾਰ ਲੱਭਦੀ ਹਾਂ। ਕੀ ਲੈਣਾ ਮੈਂ ਉਸ ਉੱਚੇ ਉਸਾਰੇ ਬੁੱਤ ਦੇ ਕੋਲੋਂ, ਕੀ ਲੈਣਾ ਮੈਂ ਉਸ ਉੱਚੇ ਉਸਾਰੇ ਬੁੱਤ ਦੇ ਕੋਲੋਂ। ਨਾ ਪੀਵੇ ਰੱਤ ਲੋਕਾਂ ਦੀ ਉਹ ਮਦਦਗਾਰ ਲੱਭਦੀ ਹਾਂ। ਮਿਲੇ ਸ਼ਾਂਤੀ ਚਿਰਾਂ ਤੋਂ ਭਟਕਦੀਆਂ ਚੰਡਾਲ ਰੂਹਾਂ ਨੂੰ, ਮਿਲੇ ਸ਼ਾਂਤੀ ਚਿਰਾਂ ਤੋਂ ਭਟਕਦੀਆਂ ਚੰਡਾਲ ਰੂਹਾਂ ਨੂੰ। ਕਿਤੇ ਐਸਾ ਮੈਂ ਹਰਮੰਦਰ, ਮੈਂ ਐਸਾ ਦੁਆਰ ਲੱਭਦੀ ਹਾਂ। ਇਹ ਡਾਕੂ ਆਉਣ 5 ਸਾਲਾਂ ਤੋਂ ਪਿੱਛੋਂ ਮਾਰਨੇ ਡਾਕਾ, ਇਹ ਡਾਕੂ ਆਉਣ 5 ਸਾਲਾਂ ਤੋਂ ਪਿੱਛੋਂ ਮਾਰਨੇ ਡਾਕਾ। ਸਮੇਟਣ ਤਲਖੀਆਂ ਲੋਕਾਂ ਦੀਆਂ ਕਿਰਦਾਰ ਲੱਭਦੀ ਹਾਂ। ਯਤੀਮਾਂ ਨੂੰ ਮਿਲੇ ਕੁੱਲੀ ਤੇ ਗੁੱਲੀ ਤੇ ਮਿਲੇ ਜੁੱਲੀ, ਯਤੀਮਾਂ ਨੂੰ ਮਿਲੇ ਕੁੱਲੀ ਤੇ ਗੁੱਲੀ ਤੇ ਮਿਲੇ ਜੁੱਲੀ। ਜੋ ਖੁਦਗਰਜ਼ੀ ਬਿਨਾ ਪਾਲੇ ਉਹ ਪਾਲਣ ਹਾਰ ਲੱਭਦੀ ਹਾਂ। ਵਸੇ ਦੁਨੀਆ ਚ ਜਿੱਥੇ ਵੀ ਅਲੰਬਰਦਾਰ ਲੱਭਦੀ ਹਾਂ। ਕਿ ਮਾਂ ਬੋਲੀ ਦਾ ਹੁਣ ਕੋਈ ਮੈਂ ਪਹਿਰੇਦਾਰ ਲੱਭਦੀ ਹਾਂ। ਕਿ ਮਾਂ ਬੋਲੀ ਦਾ ਹੁਣ ਕੋਈ ਮੈਂ ਪਹਿਰੇਦਾਰ ਲੱਭਦੀ ਹਾਂ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਖੂਬ ਬਮਲਜੀਤ ਜੀ। ਇਹ ਸੀ ਕੈਨੇਡਾ ਤੋਂ ਅਮਲਜੀਤ ਮਾਨ ਜੀ। ਇਹਨਾਂ ਤੋਂ ਬਾਅਦ ਮੈਂ ਸੰਤੋਸ਼ ਸੰਧੀਰ ਜੀ ਪਟਿਆਲਾ ਤੋਂ ਨੇ। ਸੰਤੋਸ਼ ਸੰਧੀਰ ਜੀ। ਜੀ ਮੈਮ, ਸਤਿ ਸ਼੍ਰੀ ਅਕਾਲ ਤੇਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਬੇਨਤੀ ਹੋਰ ਹੈ ਜੀ, ਥੋੜਾ ਸਮੇਂ ਦਾ ਧਿਆਨ ਰੱਖਦੇ ਹੋਏ ਇੱਕ ਜਿਹੜੀ ਆਪਣੀ ਰਚਨਾ ਹੈ ਉਹ ਹੀ ਪੇਸ਼ ਕਰਨ ਦੀ ਬੇਨਤੀ ਜੀ ਜ਼ਰੂਰ, ਜੀ ਜ਼ਰੂਰ ਤੇਜਿੰਦਰ ਜੀ, ਜ਼ਰੂਰ। ਸੋ ਸਾਰੀਆਂ ਅਦਬੀ ਸ਼ਖਸੀਅਤਾਂ ਨੂੰ ਸਤਿਕਾਰ। ਰਚਨਾ ਹੈ ਕਿ ਸੁਪਨੇ ਕਰ ਜੋ ਸੱਚ ਵਿਖਾਉਂਦੇ ਵਿਰਲੇ ਟਾਵੇਂ ਹੁੰਦੇ ਨੇ। ਸੁਪਨੇ ਕਰ ਜੋ ਸੱਚ ਵਿਖਾਉਂਦੇ ਵਿਰਲੇ ਟਾਵੇਂ ਹੁੰਦੇ ਨੇ। ਝਖੜਾਂ ਵਿੱਚ ਜੋ ਦੀਪ ਜਗਾਉਂਦੇ ਵਿਰਲੇ ਟਾਵੇਂ ਹੁੰਦੇ ਨੇ। ਲੱਤਾਂ ਖਿੱਚਣ ਵਾਲੇ ਇੱਥੇ ਪੈਰ ਪੈਰ ਤੇ ਮਿਲ ਜਾਂਦੇ, ਲੱਤਾਂ ਖਿੱਚਣ ਵਾਲੇ ਇੱਥੇ ਪੈਰ ਪੈਰ ਤੇ ਮਿਲ ਜਾਂਦੇ। ਉਂਗਲੀ ਫੜ ਜੋ ਤੁਰਨ ਸਿਖਾਉਂਦੇ ਵਿਰਲੇ ਟਾਵੇਂ ਹੁੰਦੇ ਨੇ, ਵਿਰਲੇ ਟਾਵੇਂ ਹੁੰਦੇ ਨੇ। ਚੀਚੀ ਨੂੰ ਲਾ ਖੂਨ ਵੀ ਇੱਥੇ ਬਣਦੇ ਹਨ ਸ਼ਹੀਦ ਬੜੇ। ਚੀਚੀ ਨੂੰ ਲਾ ਖੂਨ ਵੀ ਇੱਥੇ ਬਣਦੇ ਹਨ ਸ਼ਹੀਦ ਬੜੇ। ਦੇਸ਼ ਤੋਂ ਜਿੰਦ ਜੋ ਘੋਲ ਕਮਾਉਂਦੇ ਵਿਰਲੇ ਟਾਵੇਂ ਹੁੰਦੇ ਨੇ, ਵਿਰਲੇ ਟਾਵੇਂ ਹੁੰਦੇ ਨੇ। ਦੂਜਿਆਂ ਨੂੰ ਤੱਕ ਸੜਦੇ ਰਹਿਣਾ ਹੈ ਦਸਤੂਰ ਜ਼ਮਾਨੇ ਦਾ, ਦੂਜਿਆਂ ਨੂੰ ਤੱਕ ਸੜਦੇ ਰਹਿਣਾ ਹੈ ਦਸਤੂਰ ਜ਼ਮਾਨੇ ਦਾ। ਜੋ ਦੂਜਿਆਂ ਦੇ ਦਰਦ ਵੰਡਾਉਂਦੇ ਵਿਰਲੇ ਟਾਵੇਂ ਹੁੰਦੇ ਨੇ, ਵਿਰਲੇ ਟਾਵੇਂ ਹੁੰਦੇ ਨੇ। ਗੱਲੀ ਬਾਤੀ ਦੇਸ਼ ਦੀ ਸੇਵਾ ਖਬਰਾਂ ਰਾਹੀਂ ਕਰਦੇ ਕਈ, ਗੱਲੀ ਬਾਤੀ ਦੇਸ਼ ਦੀ ਸੇਵਾ ਖਬਰਾਂ ਰਾਹੀਂ ਕਰਦੇ ਕਈ। ਦੇਸ਼ ਦੀ ਮਿੱਟੀ ਲਈ ਜੋ ਜਿਉਂਦੇ ਵਿਰਲੇ ਟਾਵੇਂ ਹੁੰਦੇ ਨੇ, ਵਿਰਲੇ ਟਾਵੇਂ ਹੁੰਦੇ ਨੇ। ਆਖਰੀ ਹੈ ਜੀ ਕਿ ਰਾਜ ਉਹ ਲੋਕਾਂ ਦੇ ਦਿਲ ਉੱਤੇ ਕਰਦੇ ਨੇ ਸੰਤੋਸ਼ ਸਦਾ, ਰਾਜ ਉਹ ਲੋਕਾਂ ਦੇ ਦਿਲ ਉੱਤੇ ਕਰਦੇ ਨੇ ਸੰਤੋਸ਼ ਸਦਾ। ਸੱਚ ਦੀ ਜੋ ਮਿਸਾਲ ਜਗਾਉਂਦੇ ਵਿਰਲੇ ਟਾਵੇਂ ਹੁੰਦੇ ਨੇ। ਸੁਪਨੇ ਕਰ ਜੋ ਸੱਚ ਵਿਖਾਉਂਦੇ ਵਿਰਲੇ ਟਾਵੇਂ ਹੁੰਦੇ ਨੇ। ਝਖੜਾਂ ਵਿੱਚ ਜੋ ਦੀਪ ਜਗਾਉਂਦੇ ਵਿਰਲੇ ਟਾਵੇਂ ਹੁੰਦੇ ਨੇ, ਵਿਰਲੇ ਟਾਵੇਂ ਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਬਹੁਤ ਖੂਬ ਸੰਤੋਸ਼ ਜੀ, ਤੁਹਾਡਾ ਬਹੁਤ ਸ਼ੁਕਰੀਆ। ਬਨੇ ਰਹੋ ਸਾਡੇ ਨਾਲ ਜੀ, ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਰਣਜੀਤ ਕੌਰ ਸਵੀ ਜੀ ਨੂੰ ਸੱਦਾ ਦੇਵਾਂਗੀ। ਰਣਜੀਤ ਕੌਰ ਸਵੀ ਜੀ ਆਪਣੀ ਕਾਵਿ ਪੁਸਤਕ ਰਮਜ਼ਾਨ ਦੇ ਨਾਲ ਹਾਜ਼ਰੀ ਲਵਾ ਚੁੱਕੇ ਨੇ। ਰਣਜੀਤ ਕੌਰ ਸਵੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਜ਼ਰੀ ਮੈਂ ਆਪਣੀ ਗਜ਼ਲ ਪੇਸ਼ ਕਰ ਰਹੀ ਹਾਂ ਜੀ। ਹੱਸ ਲੈ ਨੱਚ ਲੈ ਗਾ ਲੈ ਮੇਲਾ 4 ਦਿਨਾਂ ਦਾ, ਹੱਸ ਲੈ ਨੱਚ ਲੈ ਗਾ ਲੈ ਮੇਲਾ 4 ਦਿਨਾਂ ਦਾ। ਰੁੱਸਿਆ ਯਾਰ ਮਨਾ ਲੈ ਮੇਲਾ 4 ਦਿਨਾਂ ਦਾ।
ਜਾਤਾਂ ਪਾਤਾਂ ਨਾ ਪਰਖੀ ਸਭ ਦਾ ਮਾਲਕ ਇੱਕੋ, ਜਾਤਾਂ ਪਾਤਾਂ ਨਾ ਪਰਖੀ ਸਭ ਦਾ ਮਾਲਕ ਇੱਕੋ, ਮਾੜੀ ਸੋਚ ਮੁਕਾ ਲੈ ਮੇਲਾ 4 ਦਿਨਾਂ ਦਾ, ਮੇਲਾ 4 ਦਿਨਾਂ ਦਾ। ਹਰ ਥਾਂ ਯਾਰੀ ਲਾਣਾ ਹੁੰਦਾ ਠੀਕ ਨਹੀਂ ਹੈ, ਹਰ ਥਾਂ ਯਾਰੀ ਲਾਉਣਾ ਹੁੰਦਾ ਠੀਕ ਨਹੀਂ ਹੈ। ਇੱਕੋ ਮੀਤ ਬਣਾ ਲੈ ਮੇਲਾ 4 ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਮੇਲਾ 4 ਦਿਨਾਂ ਦਾ। ਮੇਰੀ ਮੇਰੀ ਕਰਦਾ ਜੱਗੋ ਤੁਰ ਜਾਏਗਾ, ਮੇਰੀ ਮੇਰੀ ਕਰਦਾ ਜੱਗੋ ਤੁਰ ਜਾਏਗਾ। ਇਸ਼ਕੀ ਜੋਤ ਜਗਾ ਲੈ ਮੇਲਾ 4 ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਮੇਲਾ 4 ਦਿਨਾਂ ਦਾ। ਠੱਗਾ ਪਿੱਛੇ ਲੱਗ ਕੇ ਨਾ ਤੂੰ ਜੀਵਨ ਰੋਲੀ, ਠੱਗਾ ਪਿੱਛੇ ਲੱਗ ਕੇ ਨਾ ਤੂੰ ਜੀਵਨ ਰੋਲੀ। ਸੱਚਾ ਨਾਮ ਕਮਾ ਲੈ ਮੇਲਾ 4 ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਮੇਲਾ 4 ਦਿਨਾਂ ਦਾ। ਤੇਰੇ ਬਾਝੋਂ ਦੁਨੀਆ ਜਾਪੇ ਸੁੰਨੀ ਸੁੰਨੀ, ਤੇਰੇ ਬਾਝੋਂ ਦੁਨੀਆ ਜਾਪੇ ਸੁੰਨੀ ਸੁੰਨੀ। ਗੱਲ ਦਾ ਹਾਰ ਬਣਾ ਲੈ ਮੇਲਾ 4 ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਮੇਲਾ 4 ਦਿਨਾਂ ਦਾ। ਆਖਰੀ ਹੈ ਜੀ। ਰੋਣਾ ਧੋਣਾ ਛੱਡ ਸਭੀ ਖਿੜ ਫੁੱਲਾਂ ਵਾਂਗੂ, ਰੋਣਾ ਧੋਣਾ ਛੱਡ ਸਭੀ ਖਿੜ ਫੁੱਲਾਂ ਵਾਂਗੂ। ਨੈਣੀ ਕਜਲਾ ਪਾ ਲੈ ਮੇਲਾ 4 ਦਿਨਾਂ ਦਾ, ਰੁੱਸਿਆ ਯਾਰ ਮਨਾ ਲੈ ਮੇਲਾ 4 ਦਿਨਾਂ ਦਾ। ਹੱਸ ਲੈ ਨੱਚ ਲੈ ਗਾ ਲੈ ਮੇਲਾ 4 ਦਿਨਾਂ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਬਹੁਤ ਖੂਬ ਰਣਜੀਤ ਸਵੀ ਜੀ। ਮੇਲਾ 4 ਦਿਨਾਂ ਦਾ ਅਸੀਂ ਅੱਜ ਇਸ ਕਰੋਨਾ ਦੇ ਦੌਰ ਦੇ ਵਿੱਚ ਵੀ ਇਸ ਮੇਲੇ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੇਲ ਮਿਲਾਪ ਹੁੰਦਾ ਰਹੇ, ਮਿਲਦੇ ਰਹੀਏ। ਹਾਂਜੀ, ਇਸ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਡਾਕਟਰ ਨਿਰਮਲ ਜਸਵਾਲ ਜੀ ਰਹਿੰਦੇ ਨੇ ਤੇ ਨੀਤਾ ਬਲਵਿੰਦਰ ਜੀ। ਠੀਕ ਹੈ ਜੀ, ਮੈਂ ਡਾਕਟਰ ਨਿਰਮਲ ਜਸਵਾਲ ਜੀ ਦਾ ਜਿੱਥੇ ਨਿੱਘਾ ਸਵਾਗਤ ਕਰਦਾ, ਉੱਥੇ ਮੈਂ ਦੱਸਣਾ ਚਾਹਾਂਗਾ ਕਿ ਜਿੱਥੇ ਉਹ ਬਤੌਰ ਅਧਿਆਪਨ ਦੇ ਖੇਤਰ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਬਿਤਾਇਆ ਹੈ, ਉੱਥੇ ਨਾਲ ਦੀ ਨਾਲ ਉਹ ਹਿੰਦੀ ਅਤੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਨੇ। ਔਰ ਇਹਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਜਿੱਥੇ ਜਿਹੜੀਆਂ ਛਪ ਚੁੱਕੀਆਂ ਨੇ, ਪ੍ਰਕਾਸ਼ਿਤ ਹੋਈਆਂ ਨੇ, ਉੱਥੇ ਕਾਫੀ ਜਿਹੜੀਆਂ ਕਿਤਾਬਾਂ ਨੇ ਉਹ ਕਾਫੀ ਸਨਮਾਨਿਤ ਵੀ ਹੋਈਆਂ ਨੇ। ਔਰ ਪੰਜਾਬੀ ਹਿੰਦੀ ਦੇ ਵਿੱਚ ਜਿੱਥੇ ਸਿਪਜਲਾ ਦੇ ਨਾਲ ਹੁਣ ਮੋਢੇ ਨਾਲ ਮੋਢਾ ਢਾ ਕੇ ਜੁੜੇ ਨੇ, ਉੱਥੇ ਨਾਲ ਦੀ ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਜਿਹੜੀ ਕਹਾਣੀ ਦੀ ਔਰ ਖਾਸ ਤੌਰ ਜਿਹੜੀ ਸ਼ੈਲੀ ਹੈ, ਇੱਕ ਉਹ ਬੜੀ ਕਿਸੇ ਬੜੀ ਚਰਚਿਤ ਔਰ ਬਹੁਤ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ। ਸੋ ਮੈਂ ਅੱਜ ਇੱਕ ਵਾਰੀ ਫੇਰ ਨਿਰਮਲ ਜਸਵਾਲ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਜਿਹੜੀ ਹੈ ਨਜ਼ਮ ਜਾਂ ਗੀਤ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋਣ। ਮੈਡਮ ਜਸਵਾਲ ਪਲੀਜ਼। ਹਾਂਜੀ ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਇਹ ਦੁਬਾਰਾ ਮੈਨੂੰ ਮੌਕਾ ਮਿਲ ਰਿਹਾ ਤੇ ਮੈਨੂੰ ਬੜਾ ਚੰਗਾ ਲੱਗ ਰਿਹਾ। ਹਰ ਇੱਕ ਨੂੰ ਇਹ ਉਮੀਦ ਹੁੰਦੀ ਹੈ ਕਿ ਹਾਂ ਬਾਰ-ਬਾਰ ਮੈਂ ਇਸ ਤਰ੍ਹਾਂ ਬੋਲਾਂ ਸੁਣਾਵਾਂ, ਤੇ ਚਲੋ ਠੀਕ ਹੈ। ਤੇ ਜਿਹੜੇ ਅੰਮ੍ਰਿਤਾ ਪ੍ਰੀਤਮ ਜੀ ਨੂੰ ਇਹ ਸਮਰਪਿਤ ਹੈ, ਜੇ ਇਸ਼ਕ ਨਹੀਂ ਆਸਾਂ ਇੱਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ। ਸੁਲਤਾਨਾ ਬੇਗਮ ਜੀ ਬੈਠੇ ਨੇ ਤੇ ਇਹ ਮੈਂ ਕਵਿਤਾ ਜਿਹੜੀ ਸੁਣਾ ਰਹੀ ਹਾਂ, ਇਹ ਵੀ ਉਹਨਾਂ ਦੀ ਮੁਹੱਬਤ ਨੂੰ ਸਵੀਕਾਰ ਕਰਦੀ ਹੋਈ ਮੈਂ ਕਵਿਤਾ ਲੈ ਕੇ ਆਈ ਹਾਂ। ਤੇ ਪਰਵੇਜ਼ ਸੰਧੂ ਜਿੱਥੇ ਵੀ ਸੁਣ ਰਹੀ ਹੈ ਉਹ ਜ਼ਰੂਰ ਸੁਣੇ, ਕਿਉਂਕਿ ਉਹਦੇ ਨਾਲ ਮੈਨੂੰ ਕਿੰਨੇ ਅੱਜ ਕਵਿਤਰੀਆਂ ਜਿਹੜੀ ਮਿਲੀਆਂ, ਫਰੈਂਡਸ ਹੈਗੀਆਂ, ਮਿੱਤਰ ਨੇ, ਭੈਣਾਂ ਨੇ, ਉਹਨਾਂ ਦਾ ਸੰਪਰਕ ਉਹਨਾਂ ਨਾਲ ਬਹੁਤ ਜ਼ਿਆਦਾ ਹੋਇਆ। ਕਵਿਤਾ ਦਾ ਨਾਂ ਹੈ, ਇੱਕੋ ਕਵਿਤਾ ਸੁਣਾਉਂਗੀ ਮੈਂ ਜਲਦੀ ਜਲਦੀ। ਨੀਲਾ ਲਿਫਾਫਾ। ਪੋਸਟ ਕਾਰਡ ਸੀ ਮੈਂ ਜਿਸ ਤੇ ਉਕੇਰੀਆਂ ਸਨ ਪਿਆਰ ਦੀਆਂ ਕੁਝ ਸਤਰਾਂ, ਨਹੁੰਆਂ ਨਾਲ ਕਿਰਚ ਕਿਰਚ ਕੇ ਉਹ ਸਤਰਾਂ ਜੋ ਅੱਗ ਵਾਂਗ ਦਹਿਕ ਰਹੀਆਂ ਸਨ। ਤੂੰ ਉਸਨੂੰ ਲੀਲਣਾ ਚਾਹੁੰਦਾ ਸਾਂ, ਤੂੰ ਉਸਨੂੰ ਲੀਲਣਾ ਚਾਹੁੰਦਾ ਸੀ, ਢਕਣਾ ਚਾਹੁੰਦਾ ਸੀ ਉਸ ਅੱਗ ਨੂੰ ਨੀਲੇ ਲਿਫਾਫੇ ਵਿੱਚ। ਕੁਝ ਸਤਰਾਂ ਸਨ ਪਿਆਰ ਦੀਆਂ ਕਤਰਨਾ, ਤੈਨੂੰ ਪਰ ਚਾਹੀਦਾ ਸੀ ਨੀਲਾ ਲਿਫਾਫਾ, ਪੂਰੇ ਦਾ ਪੂਰਾ ਖੂਬਸੂਰਤ ਜਿਸਮ ਵਰਗਾ। ਦਿਨੇ ਤਾਂ ਗੁਜ਼ਰ ਜਾਂਦਾ ਤੇਰੇ ਨਹੁੰਆਂ ਦੀ ਕਿਰਚ ਨੂੰ ਲੱਭਦੇ, ਪਰ ਘੁੱਪ ਹਨੇਰੇ ਕੱਲੀ ਹੁੰਦੀ ਦੇ ਹੌਲ ਪੈਂਦਾ। ਸੁਪਨੇ 'ਚ ਉੱਠ ਬੈਠਦੀ ਤੈਨੂੰ ਆਵਾਜ਼ ਦਿੰਦੀ, ਤੂੰ ਕਿਤੋਂ ਆ ਘੁੱਟ ਲੈਂਦਾ, ਬੰਦ ਕਰ ਲੈਂਦਾ।
ਡਰ ਅਤੇ ਪਿਆਰ ਦੇ ਹਰਫਾਂ ਨੂੰ ਨੀਲੇ ਲਿਫਾਫੇ ਵਿੱਚ। ਤੈਨੂੰ ਪਿਆਰ ਕਰਦਾ ਹਾਂ, ਤੈਨੂੰ ਪਿਆਰ ਕਰਦਾ ਹਾਂ, ਆ ਇਸ ਨੀਲੇ ਲਿਫਾਫੇ 'ਚ ਅਸੀਂ ਕੈਦ ਹੋ ਜਾਵੀਏ ਤੇ ਜਿਸਮ ਦੀ ਮਹਿਕ ਨੂੰ ਲੈ ਕੇ ਪਿਆਰ ਦੀ ਕਵਿਤਾ ਵਾਂਗ ਬੰਦ ਹੋ ਜਾਵੀਏ। ਤੈਨੂੰ ਪਿਆਰ ਕਰਦਾ ਹਾਂ, ਆ ਇਸ ਨੀਲੇ ਲਿਫਾਫੇ 'ਚ ਅਸੀਂ ਕੈਦ ਹੋ ਜਾਵੀਏ ਤੇ ਜਿਸਮ ਦੀ ਮਹਿਕ ਨੂੰ ਲੈ ਕੇ ਪਿਆਰ ਦੀ ਕਵਿਤਾ ਵਾਂਗ ਬੰਦ ਹੋ ਜਾਵੀਏ। ਇਸ ਖੂਬਸੂਰਤ ਖੁਸ਼ਬੂ ਨਾਲ ਮਹਿਕਦੇ ਨੀਲੇ ਲਿਫਾਫੇ ਵਿੱਚ ਬੰਦ ਹੋ ਜਾਵੀਏ। ਥੈਂਕ ਯੂ ਜੀ, ਸ਼ੁਕਰੀਆ। ਹਾਂਜੀ, ਸ਼ੁਕਰੀਆ ਮੈਡਮ ਨਿਰਮਲ ਜਸਵਾਲ ਜੀ, ਬਹੁਤ ਥੈਂਕ ਯੂ ਰਾਜੇ। ਆਪਣੀ ਨਜ਼ਮ ਚੱਕਰਵਿਊ ਲੈ ਕੇ ਹਾਜ਼ਰ ਹਾਂ ਮੈਂ ਪਵਿੱਤਰ ਕੌਰ ਮਾਟੀ। ਮੇਰੀ ਜਾਨ ਅਜੇ ਮੈਂ ਸੁਰਖਰੂ ਨਹੀਂ ਹੋਇਆ, ਮੇਰੀ ਜਾਨ ਅਜੇ ਮੈਂ ਸੁਰਖਰੂ ਨਹੀਂ ਹੋਇਆ ਕਿ ਤੇਰੀਆਂ ਜ਼ੁਲਫਾਂ ਸਵਾਰਾਂ, ਤੇਰੇ ਹੁਸਨ ਨੂੰ ਨਿਹਾਰਾਂ, ਜਾਂ ਵੇਖਾਂ ਤੇਰੇ ਸੁਪਨੇ ਮੈਂ ਰਾਤਾਂ ਨੂੰ ਜਾਗ ਜਾਗ ਕੇ। ਮੇਰੀ ਜਾਨ ਹਾਂ ਮੈਂ ਜਾਗਦਾ ਤਾਂ ਹਾਂ, ਵੇਖਦਾ ਹਾਂ ਰਾਤ ਰਾਤ ਭਰ ਕਮਰੇ ਦੀ ਤਿਪ ਤਿਪ ਚੋਂਦੀ ਛੱਤ ਨੂੰ, ਕਿ ਜੇ ਇਸ ਵਾਰ ਵੀ ਨਾ ਬਦਲੀ ਗਈ, ਕਿ ਜੇ ਇਸ ਵਾਰ ਵੀ ਨਾ ਬਦਲੀ ਗਈ ਤਾਂ ਰਾਤ ਬਰਾਤੇ ਟਹਿ ਪਏਗੀ ਸੁੱਤੇ ਟੱਬਰ ਤੇ। ਹਾਂ ਮੇਰੀ ਜਾਨ ਮੈਂ ਜਾਗ ਜਾਗ ਕੇ ਵੇਖਦਾ ਹਾਂ ਪੀੜਾ ਨਾਲ ਪਰੁੰਨੀ ਹੂੰਗਦੀ ਹੋਈ ਮਾਂ ਨੂੰ। ਸੋਚਦਾ ਹਾਂ ਮੈਂ ਕਿਹੋ ਜਿਹਾ ਪੁੱਤ ਹਾਂ ਕਿ ਮਾਂ ਦੇ ਇਲਾਜ ਜੋਗਾ ਵੀ ਕਮਾ ਨਹੀਂ ਸਕਿਆ। ਹਾਂ ਮੇਰੀ ਜਾਨ ਚੇਤੇ ਕਰਦਾ ਮੈਂ ਰਾਤ ਰਾਤ ਭਰ, ਚੇਤੇ ਕਰਦਾ ਮੈਂ ਰਾਤ ਰਾਤ ਭਰ ਬੇਗਾਨੇ ਖੇਤਾਂ 'ਚ ਅਣਿਆਈ ਮੌਤੇ ਮਰੇ ਪਿਓ ਨੂੰ। ਹਾਂ ਮੇਰੀ ਜਾਨ, ਹਾਂ ਮੇਰੀ ਜਾਨ ਮੈਨੂੰ ਸੌਣ ਨਹੀਂ ਦਿੰਦਾ ਸਰਪੰਚਾਂ ਦੇ ਦੀਸ਼ੇ ਦਾ ਭੈਣ ਦੀਪੀ ਵੱਲ ਵੇਖ ਮੁਸ਼ਕੜੀਏ ਹੱਸਣਾ। ਤੇ ਮੈਂ ਸੋਚਦਾ ਹਾਂ ਕੁਝ ਵੀ ਹੋ ਜਾਏ ਕੱਲ ਤੋਂ ਦੀਪੀ ਸਰਪੰਚਾਂ ਦੇ ਕੰਮ ਤੇ ਨਹੀਂ ਜਾਏਗੀ ਤੇ ਇਸ ਸਿਆਲ ਮੈਂ ਇਸ ਦੇ ਹੱਥ ਪੀਲੇ ਕਰ ਦਿਆਂਗਾ। ਪਤਾ ਨਹੀਂ ਰੱਬ ਜਦੋਂ ਕੁਝ ਹੋਰ ਨਹੀਂ ਦੇ ਸਕਦਾ ਫਿਰ ਗਰੀਬਾਂ ਦੇ ਘਰੇ ਸੋਹਣੀਆਂ ਧੀਆਂ ਕਿਉਂ ਦਿੰਦਾ। ਤੂੰ ਵੇਖ ਮੇਰੀ ਜਾਨ, ਤੂੰ ਵੇਖ ਮੇਰੀ ਜਾਨ ਮੇਰਾ ਪੋਟਾ ਪੋਟਾ ਵਿੰਨਿਆ ਪਿਆ ਏ। ਹੁਣ ਤੂੰ ਹੀ ਦੱਸ ਮੈਂ ਕਿੱਥੇ ਬਚਿਆ ਤੇਰੇ ਜੋਗਾ। ਮੈਂ ਫਾਰਗ ਨਹੀਂ ਹੋ ਸਕਦਾ ਇਸ ਚੱਕਰਵਿਊ ਚੋਂ। ਤੂੰ ਜੁਗ ਜੁਗ ਜੀ ਜਵਾਨੀਆਂ ਮਾਣ, ਮੈਂ ਨਹੀਂ ਚਾਹੁੰਦਾ ਕਿ ਤੇਰੇ ਨਿੱਕੇ ਨਿੱਕੇ ਸੁਪਨੇ ਗੋਏ ਦੇ ਬੱਠਲਾਂ ਥੱਲੇ ਆ ਕੇ ਮਰ ਜਾਣ। ਸ਼ਾਇਦ ਤੈਨੂੰ ਨਹੀਂ ਪਤਾ ਮੇਰੀ ਜਾਨ, ਸ਼ਾਇਦ ਤੈਨੂੰ ਨਹੀਂ ਪਤਾ ਕਿ ਅਸੀਂ ਤਾਂ ਜਵਾਨ ਹੀ ਨਹੀਂ ਹੁੰਦੇ, ਅਸੀਂ ਤਾਂ ਬਸ ਕੰਮ ਜੋਗੇ ਹੁੰਨੇ ਆ। ਕੰਮ ਕਰਦੇ ਕਰਦੇ ਹੀ ਕੰਮ ਨੂੰ ਪਿਆਰੇ ਹੋ ਜਾਂਦੇ ਆ। ਮੇਰੀ ਜਾਨ ਅਸੀਂ ਤਾਂ ਬਸ ਕੰਮ ਜੋਗੇ ਹੁੰਨੇ ਆ, ਕੰਮ ਕਰਦੇ ਕਰਦੇ ਕੰਮ ਨੂੰ ਹੀ ਪਿਆਰੇ ਹੋ ਜਾਂਦੇ ਆ। ਬੰਦਾ ਇੱਕ ਪਛਾਣ ਦਾ ਬਸ ਥੋੜਾ ਥੋੜਾ ਜਾਣਦਾ, ਬੰਦਾ ਇੱਕ ਪਛਾਣ ਦਾ ਬਸ ਥੋੜਾ ਥੋੜਾ ਜਾਣਦਾ, ਪੁੱਛਣ ਆਇਆ ਹਾਲ ਸਾਡੇ ਤਾਪ ਦਾ ਸਿਰਸਾਮ ਦਾ। ਥੋੜੇ ਚੰਗੇ ਹੋ ਚੁੱਕੇ ਸਾਂ, ਥੋੜੇ ਚੰਗੇ ਹੋ ਚੁੱਕੇ ਸਾਂ, ਮੱਸਾਂ ਮੰਜੇ ਤੋਂ ਉੱਠੇ ਸਾਂ, ਮਰ ਕੇ ਆਇਆ ਸੀ ਸਵਾਦ ਦਾਲ ਤੇ ਫੁਲਕਾ ਖਾਣ ਦਾ। ਫੇਰ ਮੂੰਹ ਦੇ ਪੈ ਗਏ ਹਾਂ, ਫੇਰ ਮੂੰਹ ਦੇ ਪੈ ਗਏ ਹਾਂ, ਹੁਣ ਨਹੀਂ ਉੱਠਣ ਦੀ ਆਸ, ਛੱਡ ਗਿਆ ਉਹ ਦਾਇਰੀ ਤੇ ਹੁਣ ਨਾਂ ਨਹੀਂ ਲੈਂਦਾ ਆਣ ਦਾ। ਬੰਦਾ ਇੱਕ ਪਛਾਣ
ਥੋੜਾ ਥੋੜਾ ਜਾਣਦਾ, ਬੰਦਾ ਇੱਕ ਪਛਾਣਦਾ, ਬਸ ਥੋੜਾ ਥੋੜਾ। ਜੀ ਹੁਣ ਅਖੀਰ ਚ ਰਹਿ ਗਏ ਨੇ ਸਾਡੇ ਜਿਹੜੇ ਪਾਰਟਿਸਪੈਂਟ ਨੀਟਾ ਬਲਵਿੰਦਰ ਜੀ। ਹਾਂਜੀ, ਮੈਂ ਬੇਨਤੀ ਕਰਾਂਗਾ ਨੀਟਾ ਬਲਵਿੰਦਰ ਜੀ ਨੂੰ, ਜਿਹੜੇ ਕਿ ਸਾਡੇ ਸਿਪਜਲਾ ਦੀ ਰੂਹੇ ਰਵਾ ਨੇ ਔਰ ਸਾਨੂੰ ਬਹੁਤ ਜ਼ਿਆਦਾ ਜਿੱਥੇ ਇਹਨਾਂ ਗਤੀਵਿਧੀਆਂ ਨੂੰ ਕਰਾਉਣ ਦੀ ਜਿਹੜੀ ਇਹ ਸਾਰਾ ਜ਼ਿੰਮਾ ਹੈ ਜੀ, ਅੱਜ ਤੋਂ 20-25 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਨੀਟਾ ਬਲਵਿੰਦਰ ਜੀ ਹੋਰਾਂ ਨੂੰ ਅਸੀਂ ਜਦੋਂ ਆਉਂਦੇ ਵੇਖਿਆ, ਮੈਂ ਇਹਨਾਂ ਨੂੰ ਇੱਥੇ ਇਹਨਾਂ ਗਤੀਵਿਧੀਆਂ ਤੋਂ ਉਸੇ ਦਿਨ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ। ਸੋ ਮੈਨੂੰ ਵੱਡੀ ਭੈਣ ਦਾ ਜਿੱਥੇ ਸਾਥ ਉੱਥੇ ਦਿੱਤਾ, ਉਹਨਾਂ ਨੇ ਉਂਗਲ ਫੜ ਕੇ ਇਸ ਸਾਹਿਤ ਖੇਤਰ ਦੇ ਵਿੱਚ ਕੈਨੇਡਾ ਦੇ ਵਿੱਚ ਮੇਰੀ ਜਾਣ ਪਹਿਚਾਣ ਕਰਵਾਈ। ਸੋ ਮੈਂ ਨਾਚੀਜ਼ ਜਿਹੜਾ ਹੈ ਜੀ ਉਹਨਾਂ ਦੇ ਬਾਰੇ ਕੀ ਕਵਾਂ। ਸੋ ਮੈਂ ਹੁਣ ਬੇਨਤੀ ਕਰਾਂਗਾ ਨੀਟਾ ਬਲਵਿੰਦਰ ਜੀ ਨੂੰ, ਜੋ ਕਿ ਸਿਪਜਲਾ ਦੇ ਜਿਹੜੇ ਹਾਂਜੀ ਫਾਊਂਡਰ ਹਨ, ਵਨ ਆਫ ਦਾ ਫਾਊਂਡਰ, ਅਸੀਂ ਮਿਲ ਕੇ ਸ਼ੁਰੂ ਕੀਤੀ ਹੋਈ ਹੈ। ਸੋ ਉਹਨਾਂ ਨੂੰ ਸੱਦਾ ਦੇਵਾਂਗੇ ਨੀਟਾ ਬਲਵਿੰਦਰ ਜੀ ਨੂੰ, ਤੇ ਧੰਨਵਾਦੀ ਸ਼ਬਦ ਜੀ ਨੀਟਾ ਬਲਵਿੰਦਰ। बहुत शुक्रिया मेजर जी, बहुत बहुत शुक्रिया। सब तो पहला ते मैं सारिਆਂ ਦਾ बहुत बहुत शुक्रिया अदा करांगी कि जिन्हां ने इस कवि दरबार ਦੇ ਵਿੱਚ ਹਿੱਸਾ ਲਿਆ, ਔਰ ਖਾਸ ਕਰਕੇ ਮੇਜਰ ਨਾਗਰਾਜ ਦਾ, ਜਿਨ੍ਹਾਂ ਦਾ ਹਿੰਮਤ ਹੌਸਲਾ ਦੇ ਸਦਕਾ ਅਸੀਂ ਇਹ ਸਭ ਕੁਝ ਕਰਨ ਦੇ ਕਾਬਿਲ ਹੁੰਨੇ ਆ। ਸਿਪਸਾ ਨਾਂ ਦੀ ਇੱਕ ਸੰਸਥਾ ਜੋ ਕਿ ਗੁਰਦਿਆਲ ਸਿੰਘ ਕੰਵਲ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹਨਾਂ ਦੇ ਟੁਰ ਜਾਣ ਮਗਰੋਂ ਅਸੀਂ ਉਸੇ ਲੜੀ ਨੂੰ ਜਿਹੜਾ ਅਸੀਂ ਕਾਇਮ ਰੱਖਦੇ ਹੋਏ ਸਿਪਜ਼ਲਾ ਨੂੰ ਸ਼ੁਰੂ ਕੀਤਾ, ਔਰ ਸਿਪਜ਼ਲਾ ਇਸੇ ਤਰ੍ਹਾਂ ਹੀ ਗਾਹੇ ਬਗਾਹੇ ਕੋਈ ਨਾ ਕੋਈ ਕਵੀ ਦਰਬਾਰ ਔਰ ਇਸੇ ਤਰ੍ਹਾਂ ਦੇ ਉਪਰਾਲੇ ਜਿਹੜੀ ਹੈ ਕਰਦੀ ਰਹੇਗੀ। ਸਾਨੂੰ ਤੁਹਾਡੇ ਸਾਰਿਆਂ ਵੱਲੋਂ ਇਸੇ ਸਹਿਯੋਗ ਦੀ ਉਮੀਦ ਰੱਖਦੇ ਹਾਂ ਅਸੀਂ, ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋਗੇ। ਹੁਣ ਗੱਲ ਕਰੀਏ ਅੰਮ੍ਰਿਤਾ ਪ੍ਰੀਤਮ ਹੋਰਾਂ ਬਾਰੇ, ਕਿ ਜਿਨ੍ਹਾਂ ਦੀ ਯਾਦਗਾਰੀ ਸਮਾਗਮ, ਯਾਦਗਾਰੀ ਕਵੀ ਦਰਬਾਰ ਅਸੀਂ ਰੱਖਿਆ। ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ। ਅੰਮ੍ਰਿਤਾ ਪ੍ਰੀਤਮ ਹੋਰਾਂ ਬਾਰੇ ਮੈਂ ਵੀ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਅਕਸਰ ਮਿਲਦਾ ਰਿਹਾ। ਪੰਜਾਬ ਦੀ ਔਰਤ ਵਾਸਤੇ ਝੂਠੀਆਂ ਪਰੰਪਰਾਗਤ ਰੂੜੀਵਾਦੀ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਤੋੜ ਕੇ ਆਜ਼ਾਦੀ ਦੇ ਨਵੇਂ ਸੰਕਲਪ ਨਿਰਧਾਰਿਤ ਕਰਨ ਵਾਲੀ ਪੰਜਾਬੀ ਦੀ ਬੁਲੰਦ ਕਵਿਤਰੀ ਅੰਮ੍ਰਿਤਾ ਪ੍ਰੀਤਮ ਹੀ ਹੋਈ ਹੈ। ਉਹਨਾਂ ਦੀ ਕਲਮ ਦਾ ਨਿਵੇਕਲਾ ਅੰਦਾਜ਼, ਉਹਨਾਂ ਦੀ ਇਮਾਨਦਾਰੀ ਹੈ। ਅੰਮ੍ਰਿਤਾ ਪ੍ਰੀਤਮ ਦਾ ਪਹਿਲਾ ਸੰਘਰਸ਼ ਆਪਣੇ ਮਾਧਿਅਮ ਪੰਜਾਬੀ ਦੀਆਂ ਸੁੱਤੀਆਂ ਕਲਾ ਨੂੰ ਜਗਾਉਣ ਦਾ ਸੰਘਰਸ਼ ਸੀ। ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੀ ਰਹੇਗੀ। ਉਹ ਕਵਿਤਰੀ ਜਿਸ ਔਰਤ ਨੇ ਔਰਤ ਹੋਣ ਦੇ ਨਾਤੇ ਪੀੜ ਦੇ ਅਦੁੱਤੇ ਵੈਣ ਪਾਏ ਸਨ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਾਂ, ਤੇ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੀ ਰਹੇਗੀ। ਇੱਕ ਸ਼ੇਰ ਨਾਲ ਮੈਂ ਆਪਣੀ ਕਵਿਤਾ ਇਸ ਤੋਂ ਬਾਅਦ ਸ਼ੁਰੂ ਕਰਾਂਗੀ। ਅੰਮ੍ਰਿਤਾ ਪ੍ਰੀਤਮ ਹੋਰਾਂ ਵਾਸਤੇ। ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ ਹਾਂ, ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ ਹਾਂ, ਹਾਲੇ ਵੀ ਇੱਕ ਹੋਕਾ ਤੇਰੀ ਗੱਲ ਕਰੇ, ਹਾਲੇ ਵੀ ਇੱਕ ਹੋਕਾ ਤੇਰੀ ਗੱਲ ਕਰੇ। ਇੱਕ ਛੋਟੀ ਜਿਹੀ ਕਵਿਤਾ ਮੈਂ ਆਪਣੀ ਪੇਸ਼ ਕਰਾਂਗੀ, ਔਰ ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਹੀ ਸਮਾਪਤ ਹੋਵੇਗਾ। ਇਸ ਤੋਂ ਬਾਅਦ ਹੋਰ ਵੀ ਪ੍ਰੋਗਰਾਮ ਜੋ ਨੇ ਅਜੇ ਉਪਰਾਲੇ ਚੱਲ ਰਹੇ ਨੇ, ਕਿ ਅਗਲੇ ਹਫਤੇ ਇੱਕ ਹੋਰ ਪ੍ਰੋਗਰਾਮ ਉਲੀਕਿਆ ਗਿਆ। ਮੇਰੀ ਕਵਿਤਾ ਦਾ ਨਾਮ ਹੈ ਮੈਂ ਤੈਨੂੰ ਜਨਮਿਆ ਹੀ ਨਹੀਂ ਜੀਵਿਆ ਵੀ ਹੈ। ਮੈਂ ਤੈਨੂੰ ਜਨਮਿਆ ਹੀ ਨਹੀਂ, ਤੈਨੂੰ ਜੀਵਿਆ ਵੀ ਹੈ। ਤੈਨੂੰ ਤੱਕਦਿਆਂ ਹੀ ਲੱਗਾ ਸੀ ਮੇਰੇ ਗੁੱਡੀਆਂ ਪਟੋਲਿਆਂ ਚੋਂ ਇੱਕ ਗੁੱਡੀ ਬੋਲ ਪਈ ਸੀ। ਮੈਂ ਤੈਨੂੰ ਆਪਣਾ ਖੂਨ ਦਿੱਤਾ ਹੈ, ਆਪਣਾ ਜਿਸਮ ਦਿੱਤਾ ਹੈ, ਆਪਣਾ ਦੁੱਧ ਦਿੱਤਾ ਹੈ, ਆਪਣਾ ਰੂਪ ਦਿੱਤਾ ਹੈ। ਤੇਰੀ ਹੋਂਦ ਨੇ ਮੈਨੂੰ ਜੀਣਾ ਸਿਖਾਇਆ, ਤੇਰੀ ਹੋਂਦ ਨੇ ਮੈਨੂੰ ਪੂਰਾ ਬਣਾਇਆ। ਤੈਨੂੰ ਤੱਕਦਿਆਂ ਹੀ ਉੱਚਾ ਸੋਚਣਾ ਆਇਆ। ਤੇਰੇ ਤੇ ਮੇਰੇ ਦੁੱਖ ਸਾਂਝੇ ਨੇ, ਤੇਰੇ ਤੇ ਮੇਰੇ ਸੁੱਖ ਸਾਂਝੇ ਨੇ। ਸ਼ਾਇਦ ਤੇਰੇ ਜੰਮਣ ਵੇਲੇ ਮੇਰੇ ਦਰਦ ਦੀ ਗਵਾਹ ਸਿਰਫ ਤੂੰ ਹੀ ਤਾਂ ਸੈਂ। ਉਹ ਉਚਾਈਆਂ ਜੋ ਮੈਂ ਛੂਹਣ ਤੋਂ ਡਰਦੀ ਰਹੀ,
ਉਹ ਸਮੁੰਦਰ ਜਿਨ੍ਹਾਂ ਨੂੰ ਤਰਨੋਂ ਮੈਂ ਡਰਦੀ ਰਹੀ ਉਹ ਤੂੰ ਪਾਰ ਕਰਨੇ ਨੇ। ਉੱਚਾ ਸੋਚਣਾ ਤੇ ਉੱਚਾ ਜੀਵਣਾ ਰੱਖ ਮਕਸਦ ਜ਼ਿੰਦਗੀ ਦਾ, ਅਜੇ ਤੂੰ ਬਹੁਤ ਸਾਰੇ ਬੰਦ ਦਰਵਾਜ਼ੇ ਪਾਰ ਕਰਨੇ ਨੇ। ਮੈਂ ਤੈਨੂੰ ਕੱਲ ਮਿਲੀ ਸਾਂ, ਅੱਜ ਮਿਲੀ ਹਾਂ, ਕੱਲ ਫੇਰ ਮਿਲਾਂਗੀ। ਮੈਂ ਤੈਨੂੰ ਜਨਮਿਆ ਹੀ ਨਹੀਂ, ਤੈਨੂੰ ਜੀਵਿਆ ਵੀ ਹੈ, ਤੈਨੂੰ ਜੀਵਿਆ ਵੀ ਹੈ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨੀਤਾ ਜੀ। ਸੋ ਮੈਂ ਹੁਣ ਬੇਨਤੀ ਕਰਾਂਗਾ ਤੇਜਿੰਦਰ ਜੀ ਨੂੰ ਕਿ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਜਿੱਥੇ ਸਮਾਪਤ ਕਰਨ ਦਾ ਹੁਣ ਜਿਹੜਾ ਹੈ ਜੀ ਜ਼ਿੰਮੇਵਾਰੀ ਉਹਨਾਂ ਦੀ ਹੈ, ਸਾਡੀ ਦੋਹਾਂ ਦੀ ਹੈ। ਸੋ ਤੇਜਿੰਦਰ ਜੀ ਆਓ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਕਿ ਇੱਕ ਸੱਦੇ ਦੇ ਉੱਪਰ ਸਭ ਨੇ ਆਪਣਾ ਕੀਮਤੀ ਵਕਤ ਕੱਢਿਆ। ਕੀਮਤੀ ਵਕਤ ਹੀ ਹੈ ਕਿਉਂਕਿ ਇੱਥੇ ਬੰਨ ਕੇ ਬੈਠੇ ਰਹੇ ਸਾਰੇ। ਬਹੁਤ ਖੁਸ਼ੀ ਹੋਈ, ਮੇਰੇ ਦਿਲ ਦੇ ਵਿੱਚ ਬਹੁਤ ਪੁਰਾਣੀ ਇੱਛਾ ਸੀ ਕਿ ਬਹੁਤ ਕਵਿਤਰੀਆਂ ਨੂੰ, ਜਿਹੜੀਆਂ ਲੇਡੀਜ਼ ਰਾਈਟਰਸ ਨੇ, ਉਹਨਾਂ ਨੂੰ ਕਿਤੇ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ। ਅਮੀਆ ਜੀ ਬਹੁਤ ਦੇਰ ਤੋਂ ਬੜੇ ਪਿਆਰ ਦੇ ਨਾਲ ਤੁਹਾਨੂੰ ਦੇਖ ਰਹੇ ਨੇ, ਤਾਂ ਮੈਂ ਉਹਨਾਂ ਨੂੰ ਕਹਾਂਗੀ ਕਿ 2 ਸ਼ਬਦਾਂ ਦੇ ਨਾਲ, ਬਹੁਤਾ ਸਮਾਂ ਨਾ ਲੈਂਦੇ ਹੋਏ, ਇਸ ਪ੍ਰੋਗਰਾਮ ਨੂੰ ਆਪਣੇ ਅੰਤ ਤੱਕ ਲੈ ਕੇ ਜਾਣ। ਤੇ ਤੁਹਾਡਾ ਇੱਕ ਵਾਰੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਮੀਆ ਮੈਮ, ਅਮੀਆ ਕੁੰਵਰ ਜੀ, 2 ਸ਼ਬਦ ਅਖੀਰ ਦੇ ਵਿੱਚ ਜੀ ਅਮ੍ਰਿਤਾ ਪ੍ਰੀਤਮ ਜੀ ਨੂੰ ਸਮਰਪਿਤ। ਆਵਾਜ਼ ਖੋਲੀ। ਹਾਂਜੀ ਹਾਂਜੀ, ਬਹੁਤ ਚੰਗਾ ਲੱਗ ਰਿਹਾ ਹੈ। ਅੱਜ ਮੇਰੇ ਲਈ ਇਹ ਨਵਾਂ ਅਨੁਭਵ ਹੈ ਇਸ ਤਰ੍ਹਾਂ ਦਾ ਕਿ ਇਸ ਆਨਲਾਈਨ ਕਵੀ ਦਰਬਾਰ, ਉਹ ਵੀ ਅਮਰਤਾ ਜੀ ਨੇ ਨਾਮ ਤੇ ਬਹੁਤ ਹੋਏ ਨੇ, ਇਹਨਾਂ ਦੇ ਨਾਲ ਲਗਭਗ ਮੈਂ ਸਾਰੇ ਅਟੈਂਡ ਕੀਤੇ ਹਨ, ਪਟਿਆਲਾ, ਲੁਧਿਆਣਾ, ਕਾਫੀ ਚੰਡੀਗੜ੍ਹ, ਜਲੰਧਰ। ਪਰ ਇਹ ਇੱਕ ਨਵਾਂ ਅਨੁਭਵ ਹੈ ਤੇ ਬਹੁਤ ਚੰਗਾ ਲੱਗਿਆ। ਇੰਨੀ ਕਵਿਤਰੀਆਂ, ਇਹ ਲੱਗਦਾ ਹੈ ਜਿਵੇਂ ਅਮਰਤਾ ਜੀ ਨਾਲ ਨੇ ਸਾਡੇ, ਤੇ ਅਸੀਂ ਇਹ ਪ੍ਰੋਗਰਾਮ ਆਣ ਰਹੇ ਹਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਸਭ ਦਾ। ਫਿਰ ਮਿਲਾਂਗੇ ਅਗਲੇ ਕਿਸੇ ਦੌਰ ਦੇ ਵਿੱਚ। ਕਵਿਤਾਵਾਂ ਦਾ, ਸਾਹਿਤ ਦਾ ਪ੍ਰਵਾਹ ਇਸੇ ਤਰ੍ਹਾਂ ਚੱਲਦਾ ਰਹੇ ਨਿਰੰਤਰ, ਸਾਰੀ ਉਮਰ ਇਹਨੂੰ ਰੱਖੋ ਜਾਰੀ। ਧੰਨਵਾਦ ਜੀ, ਸ਼ੁਕਰੀਆ।